हाँ जी। संडा मरका जाए पुकारे, पढ़े नहीं हम ही पचहारे। संडा मरका जाए पुकारे, पढ़े नहीं हम। संडा मरका ਜਿਹੜਾ ਪੜਾਉਣ ਵਾਲਾ ਹੈ ਨਾ ਪੰਡਤ ਪ੍ਰਹਲਾਦ ਨੂੰ, ਉਹਦਾ ਨਾਂ ਸੰਡਾ ਮਰਕਾ। ਸੰਡਾ ਮਰਕਾ ਵੀ ਨਾਂ ਰੱਖਿਆ, ਪ੍ਰਹਲਾਦ ਕੋਈ ਹੋਇਆ ਹੀ ਨਹੀਂ। ਉਹ ਜਿਹੜਾ ਨਾ ਮੈਖਾਸੁਰ ਆ ਉਹਦਾ ਨਾਂ ਸੰਡਾ ਮਰਕਾ। ਸੰਡਾ ਝੋਟੇ ਨੂੰ ਕਹਿੰਦੇ ਨੇ। ਉਹ ਪੁੱਠੀ ਪੜ੍ਹਾਈ ਪੜਾਉਣ ਵਾਲਾ ਸੰਡਾ ਮਰਕਾ, ਜਿਵੇਂ ਸਾਡੇ ਪੜਾਉਂਦੇ ਨੇ ਪੁੱਠੀ, ਇਹ ਸੰਡੇ ਮਰਕੇ ਨੇ ਸਾਰੇ। ਉਹਦਾ ਹੀ ਖਾਨਦਾਨ ਹੈ। ਸੰਡੇ ਮਰਕੇ ਟੱਕਰ ਮਾਰਦੇ ਨੇ ਭੇੜੂ, ਥੋੜੇ ਵਿਦਵਾਨ ਭਿੜਦੇ ਨੇ ਇੱਕ ਦੂਏ ਨਾਲ ਸਾਰਾ ਦਿਨ। ਇਹ ਉਹਨਾਂ ਉਹੀ ਖਾਨਦਾਨ ਹੈ ਸੰਡੇ ਵਾਲਾ। ਭਿੜਨਾ ਇੱਕ ਦੂਏ ਨਾਲ, ਵਿਦਵਾਨ ਭਿੜਦੇ ਨਹੀਂ, ਉਹੀ ਨੇ। संडा मरका जाए पुकारे, संडा मरका जाके राजे को पुकार करता है, पढ़े नहीं हम ही पचहारे। वो कहते भगत जेड़े ने ना, वो जेड़ा भगत है भी तेरा जेड़ा, वो कहना मेरी गल प्रहलाद नहीं पढ़ता, साडी गल नहीं सुनता। जिहड़ी असीं विद्या दिंदे आ ना, संसारी विद्या, वो की दे रहा सी, लोकां दे राज किवें करना। वो कहाँ भगत है, वो कहना राज तो परमेश्वर कर रहा है, तुसीं की करना राज। नाले कहना परमेश्वर का राज है, सारे ते हो रहा है, ਉਹਦਾ ਭਾਣਾ ਮੰਨੋ, ਉਹਦਾ ਹੁਕਮ ਮੰਨੋ। ਹੁਣ ਤੁਸੀਂ ਕਹਿੰਦੇ ਮੈਨੂੰ ਵੀ ਤੈਂ ਰਾਜ ਕਰਨਾ, ਮੈਂ ਕੋਈ ਨਹੀਂ ਕਰਨਾ ਰਾਜ। ਨਾਲੇ ਕਹਿੰਦੇ ਰਾਜ ਕਰਨਾ ਅਪਰਾਧ ਹੈ, ਰਾਜ ਸੋਚਣਾ ਹੀ ਅਪਰਾਧ ਹੈ। ਹੁਣ ਕਹਿੰਦੇ ਤਾਂ ਰਾਜ ਕਰਨਾ। ਇਹ ਗੱਲ ਨਹੀਂ, ਦੋ ਗੱਲਾਂ ਨਹੀਂ ਆਪਣੀਆਂ ਹੋਣੀਆਂ। ਪਹਿਲੀ ਗੱਲ ਠੀਕ ਹੈ, ਮੈਨੂੰ ਫਿੱਟ ਹੈ, ਦੂਜੀ ਤੁਹਾਡੇ ਵਾਲੀ ਫਿੱਟ ਨਹੀਂ। ਸੰਸਾਰੀ ਵਿਦਿਆ ਤੋਂ ਮੁਨਕਰ ਹੋ ਗਿਆ, ਸੰਸਾਰੀ ਵਿਦਿਆ ਤੋਂ ਮੁਨਕਰ ਹੋ ਗਿਆ। ਨਿਰਾਕਾਰੀ ਵਿਦਿਆ ਉਹਨੇ ਪੜ੍ਹ ਲਈ ਪਹਿਲਾਂ। पढ़े नहीं हम ही पचहारे। ਉਹ ਇਹ ਗੱਲੇ ਨਹੀਂ ਮੰਨਦਾ। ਉਹ ਕਹਿੰਦਾ ਮੈਨੂੰ ਆਹ ਪੜ੍ਹਾਇਆ ਪਹਿਲਾਂ। ਉਹ ਦੱਸ ਕਿਉਂ ਪੜ੍ਹਾਇਆ ਸੀ ਪਹਿਲਾਂ? ਨਾਰਦ ਨੇ, ਨਾਰਦ ਕੋ ਪਹਿਲਾਂ ਤੁਸੀਂ ਕਿਹਾ ਵੀ ਬੱਚੇ ਨੂੰ ਪਹਿਲਾਂ ਹੀ ਧਾਰਮਿਕ ਬਣਾ ਦਿਓ। ਉਹ ਪੜ੍ਹਾਈ ਪੜ੍ਹ ਲਈ। ਇਹ ਉਲਟੀ ਪੜ੍ਹਾਈ ਕਾਹਦੇ ਪੜ੍ਹਾਉਣੇ ਹੁਣ? ਇਹ ਨਰਕਾਂ ਨੂੰ ਜਾਣ ਵਾਲੀ ਪੜ੍ਹਾਈ ਹੈ। ਨਾਲੇ ਤਾਂ ਉੱਥੇ ਲਿਖਿਆ ਹੋਇਆ ਧਰਮ ਗ੍ਰੰਥਾਂ ਜਿੱਥੇ ਤੁਸੀਂ ਮੱਥਾ ਟੇਕਦੇ ਹੋ। ਇਹ ਵੇਦ ਦੀ ਪੜ੍ਹਾਈ ਸੀ, ਨਾਰਦ ਨੇ ਪੜ੍ਹਾਈ। ਵੇਦ ਇਹ ਕਹਿੰਦਾ ਸਿਮਰਤ ਸ਼ਾਸਤਰ ਵਾਲੀ ਪੜ੍ਹਾਈ ਹੁਣ ਪੜ੍ਹਾਉਣ ਲੱਗੇ ਨੇ ਉਹਨੂੰ। ਉਹ ਸਿਮਰਤ ਸ਼ਾਸਤਰ ਵਾਲੀ ਉਹ ਤੇ ਉਲਟ ਹੈ। ਸਿਮਰਤ ਸ਼ਾਸਤਰ ਵੇਦ ਤੋਂ ਉਲਟ ਹੈ। ਸਿਮਰਤ ਸ਼ਾਸਤਰ ਨਾਲ ਸੰਸਾਰ ਦਾ ਰਾਜ ਕਰਨਾ ਹੈ, ਰਾਜੇ ਦਾ ਉਹ ਮੁੰਡਾ ਹੈ। ਉਹ ਵੀ ਤਾਂ ਪੜ੍ਹਾਈ ਪੜ੍ਹਾਉਣੀ ਸੀ ਉਹਨੂੰ। ਉਹ ਮੁਨਕਰ ਹੋ ਗਿਆ, ਮੈਂ ਨਹੀਂ ਪੜ੍ਹਦਾ ਪੜ੍ਹਾਈ। ਇਹ ਪੜ੍ਹਾਈ ਕਰ ਧਰਮ ਤੋਂ ਉਲਟ ਹੈ, ਧਰਮ ਤੋਂ ਉਲਟ ਹੈ। ਰਾਜ ਤੋਂ ਨਰਕ ਨੂੰ ਜਾਂਦਾ ਰਸਤਾ, ਤਾਂ ਹੀ ਮੈਂ ਨਰਕ ਨੂੰ ਨਹੀਂ ਜਾਣਾ। ਇਸ ਕਰਕੇ ਗੁਰਮਤਿ ਨੇ ਕਿਹਾ ਜਿਹੜਾ ਰਾਜ ਹੈ ਨਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਮੈਂ ਤਾਂ ਮੁਕਤੀ ਵੀ ਨਹੀਂ ਚਾਹੁੰਦਾ, ਰਾਜ ਦੀ ਗੱਲ ਕਰਦੇ ਹੋ ਤੁਸੀਂ। ਦੋ ਹੀ ਗੱਲਾਂ ਨੇ ਹਿੰਦੂ ਮਤ 'ਚ, ਰਾਜ ਔਰ ਮੁਕਤੀ। ਜਿਹੜਾ ਰਾਜ ਨਹੀਂ ਚਾਹੁੰਦਾ ਮੁਕਤੀ ਚਾਹੁੰਦਾ। ਸ਼ਿਵ ਜੀ ਮੁਕਤੀ ਚਾਹੁੰਦਾ, ਵਿਸ਼ਨੂੰ ਰਾਜ ਚਾਹੁੰਦਾ। ਉਹ ਕਹਿੰਦਾ ਮੈਂ ਦੋ ਹੀ ਨਹੀਂ ਚਾਹੁੰਦਾ। ਤਾਂ ਵਿਸ਼ਨੂੰ ਔਰ ਸ਼ਿਵ ਜੀ ਦੋਹਾਂ ਤੋਂ ਉੱਚਾ ਹੈ। ਗੁਰਮੁਖ ਵਿਸ਼ਨੂੰ ਔਰ ਸ਼ਿਵ ਜੀ ਤੋਂ ਤਾਂ ਉੱਚਾ ਹੈ। ਵਿਸ਼ਨੂੰ ਰਾਜ ਚਾਹੁੰਦਾ ਹੈ, ਸ਼ਿਵ ਜੀ ਮੁਕਤੀ ਚਾਹੁੰਦਾ। ਉਹ ਕਹਿੰਦਾ ਮੈਂ ਦੋ ਹੀ ਨਹੀਂ ਚਾਹੁੰਦਾ। ਦੋਹਾਂ ਦਾ ਫਾਹਾ ਵਰਤਾ। ਜੇ ਰਾਜ ਚਾਹੁੰਦਾ ਵਿਸ਼ਨੂੰ ਦੇ ਬਰਾਬਰ ਬਣਦਾ, ਜੇ ਮੁਕਤੀ ਚਾਹੁੰਦਾ ਸ਼ਿਵ ਜੀ ਦੇ ਬਰਾਬਰ ਬਣਦਾ। ਦੋਹਾਂ ਦਾ ਉੱਚਾ ਹੋਇਆ, ਨਾ ਰਾਜ ਚਾਹੁੰਦਾ ਨਾ ਮੁਕਤੀ ਚਾਹੁੰਦਾ। ਮੁਕਤੀ ਵੀ ਤਾਂ ਇੱਛਾ ਹੀ ਹੈ। ਜਿਹੜਾ ਗਿਆਨੀ ਹੈ ਉਹ ਦੋਏ ਗੱਲਾਂ ਨਹੀਂ ਚਾਹੁੰਦਾ। ਮੁਕਤ ਬੱਪਰੀ ਵੀ ਗਿਆਨੀ ਤਿਆਗਾਂ, ਕਿ ਮੁਕਤ ਤੇ ਅੱਗੇ ਹੈ ਸਾਡਾ। ਮੁਕਤ ਤੇ ਅੱਗੇ ਹੈ ਟਿਕਾਣਾ। ਮੁਕਤੀ ਵੀ ਰਾਹ ਦਾ ਹੀ ਹੈ। ਮੁਕਤੀ ਦਾ ਜੋ ਰਾਜ ਯਾਦ ਵਿਚਾਲੇ ਹੀ ਹੈ। ਇਹਦਾ ਵਿੱਚੇ ਅਟਕੇ ਉਹ ਚੀਤ ਹੈ ਮੁਕਤੀ ਵਾਲਿਆਂ ਦਾ। ਚੱਲ ਇੱਥੇ ਹਰ ਮਿਲਣ ਕੋ ਵਿੱਚੇ ਅਟਕੇ ਉਹ ਚੀਤ। ਇਹਦਾ ਜੋ ਵਿਚਾਲੇ ਹੀ ਹੈ, ਚਿੱਤ ਅਟਕਿਆ ਹੋਇਆ।
हाँ जी। ਰਾਮ ਕਹੈ ਕਰ ਤਾਲ ਬਜਾਵੈ ਚਟਿਆ ਸਭੈ ਬਿਗਾਰੇ। ਹੁਣ ਰਾਮ ਕਹੇ ਕਰ ਤਾਲ ਵਜਾਵੇ, ਇਹ ਰਾਮ ਕਿਵੇਂ ਕਹਿੰਦਾ? ਇਹਦੇ ਰਾਮ ਕਹਿਣ ਚ ਭੇਦ ਹੈ। ਉਹ ਰਾਮ ਕਹਿੰਦਾ, ਇਹ ਰਾਮ ਬਣਨ ਨੂੰ ਕਹਿੰਦੇ ਨੇ ਉਹਨੂੰ, ਵੀ ਤੂੰ ਰਾਮ ਬਣ ਜਾ। ਕਹਿੰਦਾ ਮੈਂ ਰਾਮ ਰਾਜ ਕਰਦਾ ਨਾ, ਤੂੰ ਰਾਜਾ ਬਣ ਕੇ ਰਾਮ ਵਾਂਗੂ ਰਾਜ ਕਰ, ਰਾਮ ਰਾਜ ਦੁਨੀਆ ਨੂੰ ਦੇ, ਰਾਮ ਵਰਗਾ ਰਾਜ ਦੇ। ਉਹ ਕਹਿੰਦਾ ਮੈਂ ਰਾਮ ਦੀ ਰੀਸ ਕਰਨੀ ਹੈ, ਮੈਂ ਰਾਮ ਦਾ ਸ਼ਰੀਕ ਬਣਨਾ, ਸ਼ਰੀਕ ਹੈ ਖੁਦਾ ਬਣ ਜੂਗਾ ਮੈਂ। ਬਾਦਲ ਭਾਵੇਂ ਬਣ ਜਵੇ, ਉਹ ਨਹੀਂ ਬਣਿਆ। ਪਤਾ ਲੱਗ ਗਿਆ ਹੁਣ ਰਾਮ ਭਗਤਾਂ ਨੇ ਕੀ ਕੀਤਾ ਹਾਲ। ਅਜੇ ਕਰਨਗੇ ਦੱਸੇ, ਅਜੇ ਤਾਂ ਉਹਨਾਂ ਨੇ ਦੰਦ ਦਿਖਾਏ ਨੇ ਉਹੀ ਬੁੱਲ ਚੱਕ ਕੇ, ਵੀ ਥੱਲੇ ਦੇ ਦੰਦ ਕਹੇ ਜੇ ਤਿੱਖੇ ਨੇ। ਉਹਦਾ ਜਿਵੇਂ ਉਹ ਦਿਖਾਉਂਦੇ ਨੇ ਨਾ ਦੰਦ, ਜੇ ਬੁੱਲ ਜੇ ਤਾਂ ਨੂੰ ਕਰਕੇ ਦੰਦ ਉਹ ਦਿਖਾਏ ਨੇ, ਇਹਨੂੰ ਵੀ ਥੱਲੇ ਵਾਲੇ ਦੰਦ ਕਹੇ ਜੇ ਨੇ। ਦੋਵੇਂ ਪਾਸੇ ਪਾਰ ਹੋ ਜਾਣਗੇ, ਥੱਲੇ ਵਾਲੇ ਉੱਤੇ ਨੂੰ, ਉੱਤੇ ਵਾਲੇ ਥੱਲੇ ਨੂੰ, ਦੰਦ ਹੋ ਜਾਣਗੇ ਟੱਚ। ਤੇ ਜਿਹੜਾ ਵਿੱਚ ਹੁੰਦਾ ਉਹਦਾ ਕੀ ਹਾਲ ਹੁੰਦਾ, ਉਹ ਜਿਹਾ ਹੁੰਦਾ ਦਿਖਾ ਦੇਣਾ ਸਾਨੂੰ। ਗੁਰੂ ਨੂੰ ਛੱਡ ਕੇ ਤੇ ਉਹ ਜਿਹਾ ਹੀ ਹਾਲ ਹੁੰਦਾ। ਗੁਰੂ ਨਾਲ ਗੱਦਾਰੀ ਕਰਕੇ ਚੰਗਾ ਨਹੀਂ ਟਾਈਮ ਆਉਂਦਾ ਹੁੰਦਾ, ਕਦੇ ਕਿਸੇ ਤੇ ਆਇਆ ਨਹੀਂ ਚੰਗਾ ਟਾਈਮ, ਆ ਨਹੀਂ ਸਕਦਾ। ਸੋਚਣਾ ਹੀ ਗਲਤ ਹੈ ਇਹ। ਹਾਂਜੀ। ਰਾਮ ਕਹੇ ਕਰ ਤਾਲ ਬਜਾਵੈ। ਰਾਮ ਕਹੇ ਕਰ ਤਾਲ ਬਜਾਵੈ। ਰਾਮ ਦੀ ਕਥਾ ਕਰਦਾ, ਉਹ ਰਮਾਇਣ ਦੀ ਕਥਾ ਕਰ ਰਿਹਾ। ਉਹ ਕਹਿੰਦਾ ਰਾਮ ਤਾਂ ਸਾਰੇ ਰਾਜ ਕਰਦਾ, ਸਾਰੇ ਦਾ ਰਾਮ ਰਾਜ ਹੈ। ਤੇ ਤੁਹਾਨੂੰ ਕੀ ਹੈ? ਜੇ ਰਾਮ ਰਾਜ ਵਧੀਆ ਚੱਲਦਾ ਹੈ, ਰਾਮ ਬਿਮਾਰ ਹੋ ਗਿਆ, ਮੈਂ ਰਾਜ ਕਰਾਂ ਉਹਦੇ ਤੋਂ। ਜੇ ਰਾਮ ਕਹੂਗਾ ਮੈਂ ਕਰ ਲੂੰਗਾ, ਜੇ ਰਾਮ ਕਹੂ ਫਿਰ ਕਰ ਲਾਂਗੇ। ਉਹ ਕਹੇ ਜਿਹੜਾ ਰਾਜ ਨਹੀਂ ਕਰ ਰਿਹਾ ਹੈ, ਉਹ ਮੈਨੂੰ ਆ ਕੇ ਕਹੇ ਵੀ ਭਾਈ ਤੂੰ ਥੋੜ੍ਹਾ ਚਿਰ ਮੇਰੇ ਵਾਲੀ ਗੱਲ ਸਾਂਭ ਲੈ। ਉਹ ਵੀ ਮੈਂ ਭਰਤ ਵਾਂਗੂ ਸਾਂਭੂ, ਰਾਜ ਉਹਦਾ ਹੀ ਰਹੂਗਾ, ਕਰਨਾ ਮੈਂ ਫਿਰ ਵੀ ਨਹੀਂ। ਉਹਦੀਆਂ ਖੜਾ ਮਾਰਾ ਕੇ ਰਾਜ ਕਰ ਲੂੰਗਾ ਵੀ ਭਾਈ ਰਾਜ ਤਾਂ ਉਹਦਾ ਹੀ ਹੈ, ਮੈਂ ਥੋੜ੍ਹਾ ਜਿਹਾ ਚਿਰ ਉਹਦੀ ਰੌਲ ਲਾ ਦਿੰਦਾ, ਉਹਦੇ ਤੋਂ ਕੰਮ ਕਰ ਦਿੰਦਾ ਥੋੜ੍ਹਾ ਚਿਰ, ਵੀ ਉਹਨਾਂ ਚਿਰ ਤੁਸੀਂ ਚੁੱਪਚਾਪ ਰੱਖੋ, ਕੋਈ ਵਦਰਬ ਨਾ ਕਰਿਓ ਕਿ ਗਰੀਬ ਨੂੰ ਤੰਗ ਨਾ ਕਰਿਓ। ਇੰਨਾ ਰਾਮ ਆਜੂ ਫੇਗਾ ਆਪਣਾ ਸਾਂਭ ਲੂਗਾ ਰਾਜ। ਫਿਰ ਉਹ ਤਾਂ ਰਾਮ ਇਹੋ ਜਿਹਾ ਹੈ ਉਹ ਨਹੀਂ, ਯੋਧੇ ਵਾਲੇ ਵਰਗਾ। ਇਹ ਗੱਲ ਕਹਿ ਰਿਹਾ ਰਾਮ ਕਹੇ ਕਰ ਤਾਲ ਬਜਾਵੈ। ਉਹ ਕਹਿੰਦਾ ਰਾਮ ਇਹੋ ਜਿਹਾ ਤੁਹਾਡੇ ਵਾਲੇ ਵਰਗਾ, ਉਹ ਤੁਹਾਡਾ ਰਾਮ ਉਹ ਜਿਹਾ ਜਿਹੜਾ ਚਲਿਆ ਗਿਆ ਮਰ ਗਿਆ, ਸਾਡੇ ਵਾਲਾ ਨਹੀਂ ਮਰਦਾ ਹੈਗਾ। ਸਾਡੇ ਵਾਲਾ ਰਾਮ ਗੈਰ ਹਾਜ਼ਰ ਹੋ ਗਿਆ, ਮਰ ਗਿਆ, ਸੌਂ ਗਿਆ। ਨਾ ਉਹ ਸੌਵੇ, ਨਾ ਉਹ ਮਰੇ, ਨਾ ਆਵੇ ਨਾ ਜਾਏ, ਉਹਦੇ ਤੇ ਗੱਲਾਂ ਹੀ ਨਹੀਂ ਲੱਗੂ। ਉਹਦੇ ਜਵਾਬ ਕੀ ਦੇਣ? ਆਪੇ ਤਾਂ ਪੜ੍ਹਾਈ ਕਰਾਈ ਹੋਈ, ਆਪੇ ਤਾਂ ਸਤੋਤਰ ਲਿਖੇ ਨੇ ਜੀ, ਜੇ ਗੱਲਾਂ ਲਿਖੀਆਂ ਹੋਈਆਂ ਨੇ। ਸੁਬਾਹ ਉਹ ਗੱਲਾਂ ਪੜ੍ਹਦੇ ਨੇ ਤੇ ਸ਼ਾਮ ਨੂੰ ਕੋਈ ਹੋਰ ਸਿੱਖਿਆ ਦਿੰਦੇ ਨੇ, ਜਾਂ 10 ਵਜੇ ਕਹਿੰਦੇ ਨਾਲੇ ਤਾਂ ਸਵੇਰੋਂ ਆ ਪੜ੍ਹਦੇ ਹਾਂ ਰੋਜ਼। ਹੁਣ ਦੁਪਹਿਰੇ ਨੂੰ ਕਹਿੰਦੇ ਹੋ 10 ਵਜੇ ਵੀ ਆਹ ਦੂਈ ਪੜ੍ਹਾਈ ਪੜ੍ਹ ਲੈ ਉਲਟੀ। ਜਿਵੇਂ ਸਵੇਰ ਵਕਤ ਤਾਂ ਕੁਛ ਹੋਰ ਪੜ੍ਹਾਉਂਦੇ ਨੇ, ਇਹ ਸ਼ਾਮ ਨੂੰ ਪੜ੍ਹਾਉਂਦੇ ਕਾਲੂ ਬਾਪ ਸੀ ਨਾਨਕ ਦਾ। ਨਾਨਕ ਤਾਂ ਕਹਿੰਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਉਹ ਪੜ੍ਹਾਈ ਹੈ ਜਿਹੜੀ ਮਨਾ ਕੀਤੀ ਹੈ। ਜਿਹੜੀ ਸਾਡੇ ਆ ਨਾ ਸ਼ਾਮ ਦੀ ਪੜ੍ਹਾਈ, ਸਵੇਰ ਦੀ ਗੁਰਬਾਣੀ, ਸ਼ਾਮ ਦੀਆਂ ਸਾਖੀਆਂ, ਇਹੀ ਉਹਨੂੰ ਪੜ੍ਹਾ ਰਹੇ ਤੇ। ਇਤਿਹਾਸ ਹੈ ਜਿਹੜੇ ਕੌਮਾਂ ਦੇ ਇਤਿਹਾਸ ਦੀ ਗੱਲ ਕਰਦੇ ਨੇ, ਉਹੀ ਤਾਂ ਪੰਡਤ ਦੇ ਚੇਲੇ ਨੇ। ਪੰਡਤ ਇਹੀ ਗੱਲ ਉਹਨਾਂ ਦੇ ਤਾਂ ਖਿਲਾਫ ਪ੍ਰਹਲਾਦ ਖੜਾ। ਹੋਰ ਪ੍ਰਹਲਾਦ ਕਿੱਥੇ ਖੜਾ? ਇਹ ਆਓ ਦੱਸਣ ਕੀ ਝਗੜਾ ਕੀ ਸੀ। ਜਿਹੜੇ ਰੋਜ਼ ਕਹਿੰਦੇ ਨੇ ਨਾ ਸਿੱਖ ਕੌਮ ਹੈ ਜੀ, ਇਹਦਾ ਇਹ ਕਰੋ, ਉਹ ਪ੍ਰਹਲਾਦ ਵਾਲਾ ਝਗੜਾ ਦੱਸਣ ਕੀ ਸੀ, ਪ੍ਰਹਲਾਦ ਦਾ ਝਗੜਾ ਕੀ ਸੀ, ਇਹ ਸਮਝਾਉਣ। ਇਹ ਕਹਿੰਦੇ ਲੁਕੋ ਕੇ ਰੱਖੇ ਨੇ ਕਿਉਂ? ਕਿਹੜੀ ਗੱਲ ਸੀ ਪ੍ਰਹਲਾਦ ਜਿਹੜੀ ਨਹੀਂ ਸੀ ਮੰਨ ਰਿਹਾ, ਜਿਹਦੇ ਖਾਤਰ ਉਹਨੂੰ ਅੱਗ 'ਚ ਪਾਇਆ, ਜੋ ਵੀ ਕੁਛ ਹੈ ਸਜ਼ਾ ਦਿੱਤੀ। ਐਡਾ ਬੜਾ ਝਗੜਾ ਹੋਇਆ, ਗੁਰਬਾਣੀ 'ਚ ਲਿਖਿਆ ਹੋਇਆ ਜਿੱਥੇ ਹੀ। ਉਹ ਝਗੜਾ ਕੀ ਸੀ?
ਉਹ ਵਿਦਿਆ ਨਹੀਂ ਸੀ ਲੈ ਰਿਹਾ ਰਾਜ ਦੀ, ਉਹ ICS PCS ਨਹੀਂ ਸੀ ਬਣਨਾ ਚਾਹੁੰਦਾ। ਉਹ ਮਨਮੁਖਾਂ ਦੀ ਪੜ੍ਹਾਈ ICS PCS, ਉਹ ਨਹੀਂ ਮਨਮੁਖਾਂ ਦੀ ਪੜ੍ਹਾਈ ਪੜ੍ਹਨਾ ਚਾਹੁੰਦਾ। ਇਹਨਾਂ ਦਾ ਮਨਮੁਖ ਆਪ ਨੇ ਮਨਮੁਖ ਬਣਾਏ ਨੇ, ਸਾਰੇ ਕਾਲਜ ਮਨਮੁਖਾਂ ਦੇ ਹੀ ਨੇ ਭਰੇ ਹੋਏ ਜਿਹੜੇ ਇਹਨਾਂ ਨੇ ਬਣਾਏ ਨੇ, ਆਪ ਵੀ ਮਨਮੁਖ ਨੇ। ਗੁਰਬਾਣੀ ਇਹਨਾਂ ਕੋਲ ਬਚ ਕਿਵੇਂ ਜਾਂਦੀ, ਗੁਰਬਾਣੀ ਦੇ ਅਰਥ ਕਿਵੇਂ ਬਚ ਜਾਂਦੇ? ਇਹਨਾਂ ਨੇ ਤਕੜੀ ਹਿੰਗ ਚਾੜੀ ਹੋਈ ਆ ਉੱਤੇ, ਇਹਦਾ ਨਾ ਪਤਾ ਲੱਗੇ ਆਪਣਾ ਇੱਧਰ ਹੀ। ਹਾਂਜੀ, ਚਟਿਆ ਸਭੈ ਵਿਗਾਰੇ। ਆ ਜਿਹੜੇ ਚੇਲੇ ਉਹ ਵੀ ਵਿਗਾੜਤੇ, ਚਟੀਆਂ ਹੁਣ ਵਿਗੜਨਗੇ ਹੀ। ਅਕਾਲ ਤਖਤ ਨੂੰ ਹਰੇਕ ਪੈਂਦਾ, ਛੋਟੇ ਛੋਟੇ ਖਤੂਰੇ ਵੀ ਪੈਣ ਲੱਗ ਗਏ। ਹੁਣ ਤਾਂ ਖਤੂਰੇ ਵੀ ਭੌਂਕਦੇ ਨੇ ਜਹੇਦਾਰ ਨੂੰ, ਛੋਟੇ। ਉਹਨੂੰ ਪਤਾ ਉਹਨਾਂ ਨੂੰ ਵੀ ਕੀ ਨੇ ਹੈ। ਇਹ ਤਾਂ ਬਸ ਉਹ ਨਾਚਰੇ ਸੀਗੇ ਜਿੰਨਾ ਚਿਰ ਉਹ ਮੁਸਲਮਾਨ ਵਾਲਾ ਦਬਕਾ, ਕਹਿੰਦੇ ਦਬਕਾ ਮਾਰੋ ਪਹਿਲਾਂ ਜ਼ੋਰ ਨਾਲ, ਦੂਸਰਾ ਕਹਿੰਦਾ ਉਹ ਭਾਗ ਜਾਤਾ, ਕਹਿੰਦਾ ਜੇ ਨਾ ਭਾਗੇ ਕਹਿੰਦਾ ਖੁਦ ਭਾਗ ਜਾਓ, ਜੋ ਨਾ ਭੱਜੇ ਆ ਭੱਜੋ। ਇਹ ਤਾਂ ਇਹੋ ਜਿਹੇ ਨੇ ਦਬਕਾ ਮਾਰਦੇ ਨੇ, ਜੇ ਨਾ ਭੱਜੇ ਤਾਂ ਇਹ ਭੱਜ ਜਾਂਦੇ ਨੇ। ਡਰਦੇ ਨੂੰ ਡਰਾਉਂਦੇ ਨੇ। ਅੰਦਰੋਂ ਆਪ ਡਰਪੋਕ ਨੇ, ਅੰਦਰ ਸੱਚ ਹੈ ਨਹੀਂ ਨਾ, ਡਰਦੇ ਤਾਂ ਨੇ। ਸੱਚ ਕਿੱਥੇ ਇਹਨਾਂ ਕੋਲ? ਸੱਚ ਖੜਦਾ ਹੁੰਦਾ ਮੈਦਾਨ 'ਚ ਡਟ ਕੇ, ਝੂਠ ਨੇ ਕੀ ਖੜਨਾ? ਝੂਠ ਦਾ ਹੁੰਦਾ ਹੀ ਵਿਚਾਰਾ ਹਵਾ 'ਚ ਜੜ੍ਹਾਂ ਹੁੰਦੀਆਂ ਝੂਠ ਦੀਆਂ। ਇੱਕ ਤਾਂ ਹੁੰਦੀਆਂ ਜ਼ਮੀਨ ਦੇ ਉੱਤੇ ਜੜ੍ਹਾਂ, ਜ਼ਮੀਨ ਦੇ ਉੱਤੇ ਜੜ੍ਹਾਂ ਵਾਲਾ ਵੀ ਕੋਈ ਬੂਟਾ ਥੋੜ੍ਹਾ ਬਹੁਤ ਚਿਰ ਕੱਟ ਜਾਂਦਾ। ਇਹ ਤਾਂ ਹਵਾ 'ਚ ਜੜ੍ਹਾਂ ਨੇ ਇਹਨਾਂ ਦੀਆਂ, ਤਾਂ ਹਵਾ 'ਚ ਜੜ੍ਹਾਂ ਨੇ ਇਹਨਾਂ ਦੀ ਸਿੱਖੀ ਦੀਆਂ, ਬਾਹਰ ਬਸ ਉੱਤੇ ਹੀ ਉੱਤੇ, ਵਜੂਦ ਕੋਈ ਵੀ ਨਹੀਂ। ਹਾਂਜੀ, ਰਾਮ ਨਾਮਾ ਜਪਬੋ ਕਰੈ, ਹਿਰਦੈ ਹਰਿ ਜੀ ਕੋ ਸਿਮਰਨ ਧਰੈ ਰਹਾਉ। ਰਾਮ ਨਾਮਾ ਜਪਬੋ ਕਰੈ, ਰਾਮ ਨਾਮਾ ਜਪਬੋ ਕਰੈ। ਰਾਮ ਦਾ ਨਾਮ ਜਪਦਾ ਉਹ, ਰਾਮ ਰਾਮ ਨਹੀਂ ਜਪਦਾ। ਰਾਮ ਨਾਮਾ ਜਪਬੋ ਕਰੈ, ਰਾਮ ਰਾਮ ਨਹੀਂ ਜਪਦਾ, ਰਾਮ ਨਾਮਾ ਜਪਦਾ। ਰਾਮ ਰਾਮ ਜਪਣ 'ਚ ਰਾਮ ਨਾਮ ਜਪਣ 'ਚ ਕੀ ਫਰਕ ਹੈ? ਆਹੀ ਭੇਦ ਦੀ, ਇਸੇ ਭੇਦ ਦੀ ਗੱਲ ਕਬੀਰ ਕਰਦਾ। ਰਾਮ ਕਹਿਣ में ਭੇਦ ਹੈ। ਇੱਕ ਤਾਂ ਰਾਮ ਰਾਮ ਕਰਤਾ ਸਭ ਜਗ ਫਿਰ, ਉਹਦੇ ਨਾਲ ਤਾਂ ਕੁਝ ਵੀ ਪ੍ਰਾਪਤੀ ਰਾਮ ਨਾ ਪਾਇਆ ਜਾਏ। ਰਾਮ ਤੱਕ ਪਹੁੰਚਣ ਵਾਸਤੇ ਰਾਮ ਰਾਮ ਕਰਕੇ ਨਹੀਂ ਪਹੁੰਚਿਆ ਜਾ ਸਕਦਾ। ਕੁਛ ਵੀ ਬੋਲੋ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ। ਇਹ ਪ੍ਰਾਣੀ ਕੁਛ ਵੀ ਬੋਲ ਲੈ, ਰਾਮ ਰਾਮ ਕਰ ਲੈ, ਗੋਬਿੰਦ ਗੋਬਿੰਦ ਕਰ ਲੈ, ਹਰੀ ਹਰੀ ਕਰ ਲੈ, ਗੁਰੂ ਗੁਰੂ ਕਰ ਲੈ, ਵਾਹਿਗੁਰੂ ਵਾਹਿਗੁਰੂ ਕਰ ਲੈ, ਨਹੀਂ ਪਹੁੰਚ ਸਕਦਾ। ਜੇ ਗੋਬਿੰਦ ਨੂੰ ਜਪ ਲਿਆ, ਸਮਝ ਲਿਆ, ਜੇ ਰਾਮ ਨੂੰ ਜਪ ਲਿਆ, ਰਾਮ ਕੀ ਆ ਉਹਨੂੰ ਸਮਝ ਲਿਆ, ਜਾਣ ਲਿਆ, ਫਿਰ ਪਹੁੰਚ ਗਿਆ। ਰਾਮ ਨਾਮਾ ਜਪਬੋ ਕਰੈ, ਰਾਮ ਨੂੰ ਜਾਣਨਾ ਹੀ ਰਾਮ ਤੱਕ ਪਹੁੰਚਣਾ। ਕਿ ਰਾਮ ਦੀ ਸਮਝ ਇਹ ਆਉਣੀ ਹੈ, ਰਾਮ ਤਾਂ ਸਰਬ ਵਿਆਪੀ ਉਹ ਹੈ। ਇਹ ਆਪ ਵੀ ਰਾਮ ਹੈ, ਆਪ ਕੀ ਹੈ? ਇਹਨੂੰ ਐ ਵੀ ਰਾਮ ਤੋਂ ਇਲਾਵਾ ਕੁਝ ਹੋਰ ਹੈ। ਕਬੀਰ ਨੇ ਪਹਿਲਾਂ ਹੀ ਫੈਸਲਾ ਕਰਤਾ, ਕਹਿੰਦੇ ਸੱਤਵੀਂ ਥਿਤ ਹੈ ਜਿਹੜੀ, ਸਾਤੇ ਸੱਚ ਕਰ ਬਾਚਾ ਜਾਣ। 7ਵੇਂ ਨੰਬਰ ਦੀ ਗੱਲ ਇਹ ਹੈ, ਇਹ ਗੱਲ ਪੱਕੀ ਸੱਚ ਕਰਕੇ, ਸਾਤੇ ਸੱਚ ਕਰ ਬਾਚਾ, ਸੱਤ ਕਰਕੇ ਇਹ ਬਚਨ, ਬਾਚਾ ਬਚਨ ਨੂੰ ਕਹਿੰਦੇ ਨੇ। ਇਹ ਬਚਨ, ਇਹ ਗੱਲ ਸੱਚ ਕਰਕੇ ਮੰਨ ਲਓ। ਆਤਮ ਰਾਮ, ਆਤਮ ਹੀ ਰਾਮ ਹੈ, ਲਿਓ ਪ੍ਰਮਾਣ। ਇਹ ਗੱਲ ਨੂੰ ਪ੍ਰਮਾਣ ਕਰ ਲਓ। ਆਪਣੇ ਆਪ ਨੂੰ ਜਾਣਨਾ ਹੀ ਰਾਮ ਨੂੰ ਜਾਣਨਾ, ਆਪਣੇ ਆਪ ਨੂੰ ਜਾਣਨਾ ਹੀ ਰਾਮ ਦੀ ਪ੍ਰਾਪਤੀ ਹੈ। ਆਹ ਭੇਦ ਕਬੀਰ ਨੇ ਦੱਸਿਆ ਹੋਇਆ। ਰਾਮ ਕਹਿਣ में ਭੇਦ ਹੈ।
ਆਤਮ ਨੂੰ ਜਾਣਨਾ, ਆਤਮ ਨੂੰ ਚਿੰਤਣਾ, ਆਤਮ ਨੂੰ ਖੋਜਣਾ, ਇਹ ਰਾਮ ਨਾਮ ਜਪਣਾ। ਜੋ ਆਤਮ ਹੀ ਰਾਮ ਹੈ ਨਾ, ਉਹਨੂੰ ਖੋਜਣਾ। ਖੋਜਣਾ ਜੋ ਖੋਜੇ ਸੋ ਪਾਵੇ। ਜੋ ਬ੍ਰਹਮ ਅੰਡੇ, ਜੋ ਬ੍ਰਹਮ ਨੂੰ ਪਾਉਣਾ ਜੇ ਕਿਸੇ ਨੇ, ਜੋ ਬ੍ਰਹਮ ਅੰਡੇ, ਜੋ ਕਦੇ ਬ੍ਰਹਮ ਸਰੀਰ ਤੋਂ ਪਰੇ ਸੀ, ਅੰਡਕੋਸ਼ ਵਿੱਚ ਸੀ, ਸੋਈ ਪਿੰਡੇ ਹੁਣ ਸਰੀਰ ਚ ਹੈ ਤੇਰੇ ਚ। ਜੋ ਬ੍ਰਹਮ ਅੰਡੇ ਸੋਈ ਪਿੰਡੇ ਹੁਣ ਸਰੀਰ ਚ ਹੈ। ਜੋ ਖੋਜੇ ਸੋ ਪਾਲੇ, ਜਿਹਨੇ ਖੋਜ ਲਿਆ ਉਹਨੂੰ ਲੱਭ ਗਿਆ। ਹੁਣ ਅੰਦਰੋਂ ਖੋਜਾਂਗਾ ਆਪਣੇ ਪ੍ਰਭ ਨੂੰ, ਹਰ ਨੂੰ, ਗੁਰ ਨੂੰ, ਰਾਮ ਨੂੰ, ਗੋਬਿੰਦ ਨੂੰ। 9 ਜਨਮ ਮਰਜ਼ੀ ਲੈ ਲਓ, ਇਹਦੇ ਹੈ ਕੋਈ। ਚਾਹੇ ਇਹਨੂੰ ਰਹੀਮ ਕਹਿ ਲਓ, ਚਾਹੇ ਰਾਮ ਕਹਿ ਲਓ, ਚਾਹੇ ਅੱਲਾ ਕਹਿ ਲਓ, ਚਾਹੇ ਖੁਦਾ ਕਹਿ ਲਓ, ਇਹਦੇ ਹੀ ਨਾਮ ਨੇ ਸਾਰੇ। ਇਹਨੂੰ ਖੋਜਣਾ, ਇਹਨੂੰ ਜਾਣਨਾ, ਇਹਨੂੰ ਸਮਝਣਾ ਹੀ ਦਰਸ਼ਨ ਹੈ ਇਹਦਾ। ਜੋ ਦਰਸ਼ਨ ਹੈ ਪ੍ਰਾਪਤ ਹੋ ਗਿਆ। ਜਿਹਦਾ ਦਰਸ਼ਨ ਹੋ ਗਿਆ ਚੀਜ਼ ਪ੍ਰਾਪਤ ਹੋ ਗਈ। ਜਿਹਦਾ ਦਰਸ਼ਨ ਹੋ ਗਿਆ ਉਹਦੇ ਨਾਲ ਆਪਾਂ ਜੁੜ ਸਕਦੇ ਹਾਂ, ਉਹਦੇ ਨਾਲ ਧਿਆਨ ਜੋੜ ਸਕਦੇ ਹਾਂ। ਧਿਆਨ ਹੈ ਜੋੜਨਾ ਉਹਦੇ ਨਾਲ। ਰਾਮ ਨਾਮਾ ਜਪਬੋ ਕਰੈ, ਰਾਮ ਨਾਮਾ ਜਪਵੋ ਕਰੈ। ਜਿਹੜਾ ਰਾਮ ਨਾਮ ਜਪਦਾ ਹੈ, ਹਿਰਦੈ ਜਿਹੜਾ ਰਾਮ ਨਾਮ ਜਪ ਲੈਂਦਾ ਹੈ, ਹਿਰਦੈ ਹਰਿ ਜੀ ਕੋ ਸਿਮਰਨ ਧਰੈ। ਉਹ ਰਾਮ ਨਾਮ ਜਪ ਰਿਹਾ। ਧਰੂ ਰਾਮ ਨਾਮਾ ਜਪਵੋ ਕਰ, ਜਪਿਆ ਹੋਇਆ ਦੱਸ ਰਿਹਾ ਉਹਨਾਂ ਨੂੰ ਵੀ ਰਾਮ ਤਾਂ ਆਏ, ਰਾਮ ਆਏ, ਰਾਮ ਆਏ। ਵੀ ਸਭ ਦੇ ਅੰਦਰ ਰਾਮ ਹੈ। ਕੌਣ ਕਹਿੰਦਾ ਮੈਂ ਰਾਮ ਨਹੀਂ? ਹਿਰਦੈ ਹਰਿ ਜੀ ਕੋ ਸਿਮਰਨ ਪਰ ਧਰੈ। ਉਹ ਜਿਹੜਾ ਹਕੂਮਤ ਕਰਨ ਵਾਲਾ ਰਾਜਾ ਰਾਮ ਹੈ, ਉਹ ਨਹੀਂ ਹੈ ਕੋਈ ਵੀ ਸਾਡੇ 'ਚ। ਅਸੀਂ ਰਾਮ ਜ਼ਰੂਰ ਹਾਂ। ਇੱਕ ਤਾਂ ਰਾਮ ਹੈਗਾ ਰਿਆਇਆ, ਜਨਤਾ। ਇੱਕ ਰਾਜਾ ਹੈ, ਸਾਰਿਆਂ ਦੇ ਵਿੱਚ ਰਾਜਾ। ਸਾਰਿਆਂ ਨੇ ਮੰਨ ਲਿਆ ਵੀ ਤੂੰ ਰਾਜਾ ਭਾਈ। ਇੱਕ ਰਾਮ ਰਾਜਾ ਬਣਾ ਲਿਆ, ਇੱਕ ਪੰਚ ਹੈ, ਇੱਕ ਸਰਪੰਚ ਬਣਾ ਲਿਆ। ਪੰਚਾਂ ਨੇ ਰਲ ਕੇ ਮੰਨ ਲਿਆ ਵੀ ਸਰਪੰਚ ਬਣ ਗਿਆ। ਜਨਤਾ ਨੇ ਮੰਨ ਲਿਆ ਬਈ ਭਾਈ ਆਪਾਂ ਨੇ ਮੁਖੀਆ ਬਣਾ ਲਿਆ ਆਪਣਾ। ਰਲ ਕੇ ਬਣਾਇਆ ਸਾਰਿਆਂ ਨੇ, ਸਾਰਿਆਂ ਦੀ ਸਲਾਹ ਨਾਲੇ ਬਣਿਆ, ਸਰਬਸੰਮਤੀ ਨਾਲੇ ਬਣਿਆ ਹੋਇਆ। ਔਰ ਉਹ ਆਪ ਦੁਖੀ ਹੈ, ਲੋਕ ਸੁਖੀ ਨੇ। ਲੋਕਾਂ ਨੂੰ ਸੁਖੀ ਕਰਨ ਖਾਤਰ ਲੋਕਾਂ ਦੇ ਸਾਰੀ ਚਿੰਤਾ ਦੀ ਪੰਡ ਆਪ ਲੈ ਲਈ। ਸਰਬ ਕੀ ਚਿੰਤਾ ਜਿਸ ਮਨ ਮਾ ਹੈ। ਸਾਰਿਆਂ ਦੀ ਚਿੰਤਾ ਉਹਦੇ ਤੇ ਰੱਖਤੀ ਪੰਡ। ਬਾਅਦ 'ਚ ਪਤਾ ਲੱਗਿਆ ਉਹਨੂੰ ਵੀ ਸਾਰਿਆਂ ਨੇ ਚਿੰਤਾ ਦੀ ਪੰਡ ਰੱਖੀ ਹੈ ਮੇਰੇ ਤੇ। ਮੈਨੂੰ ਬੜਾ ਕਾਹਦਾ ਬਣਾਇਆ, ਮੈਨੂੰ ਤਾਂ ਦੁਖੀ ਕਰਤਾ ਇਹਨਾਂ ਨੇ। ਇਹ ਜਿਹੜਾ ਛੱਜ ਬੰਨਿਆ ਨਾ, ਛੱਜ ਚੌਧਰ ਦਾ, ਉਹ ਦੁਖੀ ਕਰਨ ਵਾਲਾ ਹੀ ਹੁੰਦਾ, ਸੁੱਖ ਨਹੀਂ ਹੁੰਦਾ ਉਹ 'ਚ। ਜਿਹੜੇ ਛੱਜ ਬੰਨ੍ਹਦੇ ਨੇ ਉਹ ਸਲਾਮਾਂ ਤਾਂ ਹੁੰਦੀਆਂ ਨੇ ਜ਼ਰੂਰ ਛੱਜ ਨੂੰ, ਪਰ ਫਿਰ ਜਦ ਦੁੱਖ ਹੁੰਦਾ ਨਾ, ਜਾਂ ਖੱਡ 'ਚ ਵੜਦਾ, ਫਿਰ ਛੱਜ ਵੜਨ ਵੀ ਨਹੀਂ ਦਿੰਦਾ। ਚੂਹਾ ਖੱਡ ਨਾ ਮਾਵੇ, ਚੂਹਾ ਖੱਡ 'ਚ ਨਹੀਂ ਵੜਦਾ, ਫਿਰ ਬਾਹਰੇ ਮਾਰਿਆ ਜਾਂਦਾ। ਦੂਏ ਚੂਹੇ ਤਾਂ ਖੱਡ 'ਚ ਵੜ ਜਾਂਦੇ ਨੇ, ਛੱਜ ਵਾਲਾ ਬਾਹਰ ਫਸ ਜਾਂਦਾ। ਛੱਜ ਸੀ ਨਾ ਉਹਦੇ ਬੰਨਿਆ ਹੋਇਆ, ਛੱਜ ਖੱਡ 'ਚ ਨਹੀਂ ਵੜਦਾ। ਚੂਹਾ ਖੱਡ ਨਾ ਮਾਵੇ ਤੱਕੜ ਬੰਨੇ ਛੱਜ। ਸਿਰ ਤੇ ਛੱਜ ਬੰਨਿਆ ਹੋਇਆ ਤਾਂ ਨਾ ਚੌਧਰ ਦਾ ਤਾਜ, ਉਹ ਤਾਜ ਅੜ ਗਿਆ। ਹੁਣ ਉਹ ਗਲੇ ਦੀ ਫਾਸ ਬਣਿਆ ਬੈਠਾ। ਹਿਰਦੈ ਹਰਿ ਜੀ ਕੋ ਸਿਮਰਨ ਧਰੈ। ਹਿਰਦੇ ਹਰਿ ਜੀ ਕੋ ਸਿਮਰਨ ਧਰੈ। ਹਿਰਦੇ ਵਿੱਚ ਹਰਿ ਜੀ ਦਾ ਸਿਮਰਨ ਧਰਿਆ ਹੋਇਆ ਹੈ। ਕਰੈ ਨਹੀਂ, ਧਰੈ। ਕਰੈ ਔਰ ਧਰੈ 'ਚ ਫਰਕ ਹੈ। ਕਰੈ ਤਾਂ ਰਾਮ ਰਾਮ ਕਰਤਾ ਜਗ, ਧਰਿਆ ਸਿਮਰਨ ਨੂੰ ਕੁਛ ਪ੍ਰਾਪਤੀ ਹੋਈ ਹੈ ਸਿਮਰਨ 'ਚੋਂ। ਧਰੀ ਤਾਂ ਕੋਈ ਵਸਤੂ ਹੋਈ ਹੈ। ਕਰੇ ਯਾਰ ਧਰੇ ਦਾ ਫਰਕ ਹੈ। ਮਨ ਮੁਖ ਹਰ ਹਰ ਕਰ ਥੱਕੇ।
ਹਰ ਹਰ ਕਰਕੇ ਤਾਂ ਥੱਕ ਕੇ ਧਰਿਆ ਕੁਝ ਵੀ ਨਹੀਂ ਗਿਆ। ਉਹਦਾ ਇੱਧਰੋਂ ਲਾਇਆ, ਪੂਰੇ ਗਲਾਸੇ ਚੱਲਦੇ ਨੇ, ਚਰੀ ਨਾ ਕੁਤਰਾ ਕਰ ਕਰਕੇ ਚਰੀ ਦਾ ਟੋਕਾ ਕਰਤਾ। ਉਹ ਮਸ਼ੀਨ ਕਹਾਂ 2 ਟਰਾਲੀਆਂ ਵੀ ਕੱਟ ਦੇਵੇ ਦੁੱਧ ਤਾਂ ਉਹਨੇ ਪਾਈਆ ਵੀ ਨਹੀਂ ਦੇਣਾ। ਜਿਹੜੀ ਮੈਸ ਖਾਊਗੀ ਉਹ ਦੁੱਧ ਦੇ ਦੂ। ਉਹ ਅੰਦਰ ਧਰੂਗੀ ਆਪਣੇ, ਉਹ ਪੱਠੇ ਚੱਕ ਕੇ ਅੰਦਰ ਧਰੂਗੀ, ਇਹ ਟੋਕਾ ਕਰੂਗੀ, ਉਹ ਅੰਦਰ ਧਰੂਗੀ, ਉਹ ਕਰੂਗੀ, ਉਹ ਧਰੂਗੀ। ਧਰੂਗੀ ਤਾਂ ਦੁੱਧ ਪਊਗਾ, ਕਰੂਗਾ ਦੁੱਧ ਮਸ਼ੀਨ ਤੇ ਲੈ ਲਿਓ ਦੁੱਧ। ਟੋਕਾ ਤਾਂ ਜਿੰਨਾ ਮਰਜ਼ੀ ਕਰਾ ਲਓ। ਤੇ ਇਹ ਪਾਠ ਕਰਨੇ ਦਾ ਟੋਕਾ ਹੀ ਕਰਦੇ ਨੇ ਤਾਂ ਮਸ਼ੀਨਾਂ ਸਾਰੇ ਪਾਠ ਕਰ ਦਿੰਦੇ। ਕਹਿੰਦਾ ਮੈਂ 36 ਘੰਟੇ ਚੌਕੜਾ ਮਾਰ ਕੇ, ਮੈਂ ਕਿਹਾ ਟੋਕੇ ਵਾਲੀ ਮਸ਼ੀਨ ਹੈ। ਫਿਰ ਤੂੰ ਸਾਰੇ 2-4 ਡੈਰੀਆਂ ਦਾ ਪੱਠੇ ਤਾਂ ਕੁਦਲ ਦੂ ਮਸ਼ੀਨ, ਤੇ ਤੇਲ ਤਾਂ ਬਾਹਰੋਂ ਹੀ ਲਾਉਣਾ ਪਊ, ਨਹੀਂ ਬੂੜੀਏ ਕੱਸ ਜਾਣਗੇ। ਉਹਦੇ ਕੋਲ ਆਪਣੇ ਜੋਗਾ ਵੀ ਨਹੀਂ ਚਿਕਨਾਈ ਹੋਣੀ। ਦੰਤ ਮੁਖ ਰਸਨ ਸਭੈ ਕਸ ਜਾਵਤ, ਦੰਦ ਮੁਖ ਔਰ ਸਾਰੀ ਜੀਵੇ ਕਥਾਏਗਾ। ਸਾਰਾ ਪਾਠ ਕਰਕੇ ਮਿਲਣਾ ਕੁਝ ਵੀ ਨਹੀਂ। ਦੰਤ ਮੁਖ ਰਸਨ ਸਭੈ ਕਸ ਜਾਵਤ, ਉਹ ਜਿਵੇਂ ਮਸ਼ੀਨ ਦੇ ਕਸ ਜਾਂਦੀਆਂ ਚਾਲ ਬੂੜੀਏ ਸਾਰੇ ਐਂ ਘਸਾ ਕੇ ਬਹਿ ਜਾਏਗਾ। ਪ੍ਰਾਪਤੀ ਕੀ ਹੈ? ਧਰੇ ਹੈ ਮਨ ਕੋ ਸਿਮਰਨ ਧਰੈ। ਜੇ ਮਨ 'ਚ ਬਾਣੀ ਵਸਾਈ ਨਹੀਂ, ਵਸਾ ਕੇ ਰਿੜਕੀ ਨਹੀਂ, ਤਾਂ ਫਿਰ ਪ੍ਰਾਪਤ ਕੀ ਕੀਤਾ? ਹਰਕਾ ਬਲੋਣਾ ਸੀ। ਜੇ ਚਾਟੀ 'ਚ ਕੋਈ ਚੀਜ਼ ਧਰਾਂਗੇ, ਦਹੀਂ ਧਰਾਂਗੇ ਤਾਂ ਹੀ ਰਿੜਕਿਆ ਜਾਊਗਾ। ਧਰਿਆ ਹੀ ਕੁਝ ਨਹੀਂ, ਰਿੜਕਾ ਉੱਥੇ ਨਿਕਲਣਾ ਕੀ ਹੈ? ਤਾਂ ਖਾਲੀ ਹੈ। ਧਰਿਆ ਕੀ ਹਿਰਦੇ 'ਚ? ਤੁਸੀਂ ਪਾਠ ਕੀਤਾ, ਧਰਿਆ ਅੰਦਰ ਕੀ ਹੈ? ਤੁਹਾਡੇ ਅੰਦਰ ਕੁਝ ਵੀ ਨਹੀਂ, ਅੰਦਰ ਖਾਲੀ। ਕਰਨ ਵਾਲੇ ਆ ਧਰਨ ਦਾ ਫਰਕ ਆ। ਧਰੇ ਲਫ਼ਜ਼ ਵਰਤਿਆ, ਕੱਲੇ ਸ਼ਬਦ ਨੇ ਦੁਨੀਆ ਬਦਲਤੀ, ਅਰਥ ਬਦਲਤੇ। ਇੰਨੀ ਔਖੀ ਭਾਸ਼ਾ ਹੈ ਗੁਰਬਾਣੀ ਦੀ, ਇੰਨਾ ਭੇਦ ਭਾਸ਼ਾ ਦੇ ਵਿੱਚ ਹੈ। ਸ਼ਬਦ ਭੇਦ ਕਹਿੰਦੇ ਨੇ ਇਹਨੂੰ। ਇਹ ਸ਼ਬਦ ਭੇਦ ਹੈ ਧਰੇ ਔਰ ਕਰੇ ਦਾ। ਸ਼ਬਦ ਭੇਦ ਜਾਣੇ ਜਾਣ ਆਈ। ਇਹ ਸ਼ਬਦ ਦਾ ਭੇਦ ਤਾਂ ਜਾਣੇ ਜੇ ਪਰਮੇਸ਼ਰ ਦੀ ਕਿਰਪਾ ਹੋਵੇ। ਧਰੇ ਕਿਉਂ ਕਿਹਾ, ਕਰੇ ਕਿਉਂ ਨਹੀਂ ਕਿਹਾ? ਕਿਉਂ ਕਰੇ ਦੀ ਜਗ੍ਹਾ ਧਰੇ ਆ ਗਿਆ? ਇਹ ਸ਼ਬਦ ਭੇਦ ਹੈ। ਕਰੇ ਦੇ ਨਾਲ ਤਾਂ ਕੁਝ ਵੀ ਨਹੀਂ। ਕਰਦਾ ਤਾਂ ਹੈ ਹੀ ਨਹੀਂ ਤੂੰ, ਕਰਦਾ ਤਾਂ ਪਰਮੇਸ਼ਰ ਹੈ। ਤੂੰ ਕੀ ਕਰਦਾ? ਕਰ ਕੁਛ ਵੀ ਨਹੀਂ ਸਕਦਾ ਕੋਈ। ਜਿਹੜਾ ਰਾਮ ਰਾਮ ਕਰਦਾ ਕੁਛ ਵੀ ਨਹੀਂ ਕਰ ਰਿਹਾ, ਉਹ ਕਰ ਨਹੀਂ ਸਕਦਾ ਕੁਛ। ਧਰ ਸਕਦਾ ਕੁਛ, ਜੋ ਪਰਮੇਸ਼ਰ ਤੋਂ ਅੰਦਰ ਧਰ ਲਏਗਾ ਤੂੰ। ਹੋਰ ਕੀ ਹੈ? ਰੋਟੀ ਖਾਂਦੇ ਆ, ਉਹਨੇ ਦਿੱਤੀ ਹੈ, ਅੰਦਰ ਧਰ ਲੈਂਦੇ ਆ, ਹਜ਼ਮ ਕਰਦੇ ਆ, ਉਹ 'ਚ ਐਨਰਜੀ ਮਿਲਦੀ ਹੈ। ਧਰ ਸਕਦੇ ਹਾਂ ਅਸੀਂ ਲੈ ਕੇ, ਦਾਤਾਂ ਦਿੰਦਾ ਅਸੀਂ ਧਰ ਲੈਂਦੇ ਹਾਂ ਲੈ ਕੇ। ਦੇ ਤਾਂ ਉਹ ਰਿਹਾ ਨਾ। ਧਰਨ ਦੀ ਸਾਡੇ ਕੋਲ ਕਪੈਸਿਟੀ ਹੈ, ਧਰ ਸਕਦੇ ਹਾਂ, ਕਰ ਕੁਛ ਨਹੀਂ ਸਕਦੇ। ਇਸ ਕਰਕੇ ਸਿਮਰਨ ਧਰੇ, ਹਰ ਹਿਰਦੇ 'ਚ ਸਿਮਰਨ ਧਰਿਆ ਉਹਨੇ, ਕਰਿਆ ਨਹੀਂ ਹੈ। ਹਾਂਜੀ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟ ਰਾਣੀ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਣੀ। ਵੱਡੀ ਰਾਣੀ ਕਹਿੰਦੀ ਹੈ। ਪਟਰਾਣੀ ਕੌਣ ਹੈ? ਰਾਜੇ ਦੇ ਘਰ ਵਾਲੀ ਨਹੀਂ ਹੈ, ਪੰਡਤ ਦੀ ਮੱਤ ਹੈ। ਪਟਰਾਣੀ, ਹਾਂ, ਪੰਡਤ ਦੀ ਮੱਤ ਹੈ, ਜਿਹੜੀ ਜਿਹਨੂੰ ਸਾਰੇ ਨਮਸਕਾਰ ਕਰਦੇ ਨੇ, ਜਿਹਨੂੰ ਰਾਜਾ ਵੀ ਮੰਨਦਾ। ਜਿਹਦੀ ਗੱਲ ਰਾਜੇ ਨੂੰ ਹੁਣ ਮਨਾਉਣੀ ਹੈ, ਪਟਰਾਣੀ ਨੂੰ ਮਨਾਊਗੀ ਗੱਲ। ਹੋਰ ਕੌਣ ਮਨਾਊ? ਰਾਜਾ ਕਿਹਦੀ ਮੰਨੂਗਾ? ਹੁਣ ਰਾਜਾ ਦਾ ਲਾਜਵਾਬ ਕਰਤਾ। ਗੁਰ ਪੰਡਤ ਕਹਿੰਦਾ ਸਾਰੀ ਦੁਨੀਆ ਮੰਨਦੀ ਹੈ ਸ਼ਾਸਤਰ ਨੂੰ, ਇਹ ਕਿਉਂ ਨਹੀਂ ਮੰਨਦਾ? ਹੇ ਰਾਜੇ,
ਇਹ ਸ਼ਾਸਤਰ ਦੀ ਵਿਦਿਆ ਨੇ, ਸਾਰੀ ਦੁਨੀਆ ਵਾਸਤੇ ਸਾਰੇ ਰਾਜੇ ਪੜ੍ਹਦੇ ਨੇ, ਹਾਂ ਬਸ ਦਾ ਬਸ ਕੀਨੀ ਸਭ ਰਾਜੇ, ਸਾਰੇ ਰਾਜੇ ਵਾਸਤੇ ਨੇ ਇਹਦੇ, ਬਿਨਤੀ ਕਰੇ ਪਟਰਾਣੀ। ਸਾਰੇ ਰਾਜੇ ਵਿਦਿਆ ਪੜ੍ਹਦੇ ਨੇ ਇਹਦੇ। ਪੂਤ ਪਹਿਲਾਦ ਕਹਿਆ ਨਹੀਂ ਮੰਨ, ਤਿਨ ਤੋਂ ਔਰ ਠਾਨੀ। ਪੂਤ ਪ੍ਰਹਲਾਦ ਆ ਤੇਰਾ ਮੁੰਡਾ ਕਹਿਣਾ ਨਹੀਂ ਮੰਨਦਾ, ਤਿਨੀ ਤੋਂ ਔਰ ਠਾਨੀ। ਇਹ ਤਾਂ ਫਿਰ ਸਾਰੇ ਰਾਜਾਂ ਦੇ ਖਿਲਾਫ ਹੈ, ਤੇ ਦੁਨੀਆ ਦੇ ਖਿਲਾਫ ਹੈ। ਤਿਨੀ ਔਰੇ ਠਾਨੀ, ਇੱਥੇ ਆ ਕੇ ਭਗਤਾਂ ਦੇ ਸੰਸਾਰੀਆਂ ਦਾ ਜੋੜ ਮੁਕਾਬਲਾ ਹੋ ਗਿਆ। ਵਾਮਨ ਗੁਰੂ ਜਗ ਮਨਮੁਖਾਂ ਦਾ ਔਰ ਗੁਰਮੁਖਾਂ ਦੀ ਟੱਕਰ ਹੋ ਗਈ ਸਿੱਧੀ ਸਿੱਧੀ ਟੱਕਰ। ਇਹ ਤਾਂ ਔਰੇ ਠਾਨੀ ਹੈ, ਇਹ ਤਾਂ ਹੋਰੇ ਪਲਾਨ ਬਣਾਈ ਬੈਠਾ ਹੈ, ਇਹ ਤਾਂ ਲਕੀਰ ਖਿੱਚੀ ਬੈਠਾ ਹੈ ਮਰਨ ਦੀ। ਇੱਕ ਪਾਸੇ ਸੱਚ, ਇੱਕ ਪਾਸੇ ਝੂਠ, ਦੇਖਦੇ ਹਾਂ ਕੀ ਹੁੰਦਾ। ਔਰ ਠਾਨੀ ਔਰੇ ਠਾਨੀ ਹੈ, ਭਗਤਨ ਸੱਚ ਔਰ ਝੂਠ ਦੀ ਜਦ ਲਕੀਰ ਖਿੱਚੀ ਗਈ, ਹੁਣ ਦੇਖਦੇ ਹਾਂ ਕੀ ਹੁੰਦਾ। ਭਲਾ ਤਮਾਸ਼ਾ ਹੀ ਆ, ਤਮਾਸ਼ਾ ਹੀ ਦੇਖਦੇ ਹਾਂ ਕੀ ਹੁੰਦਾ। ਕਿ ਤਮਾਸ਼ਾ ਹੀ ਦੇਖਿਆ, ਮੁਕਤਸਰ ਦੀ ਜੰਗ ਤਮਾਸ਼ਾ ਹੀ ਦੇਖਿਆ ਸੀ, ਹੋਰ ਕੀ ਹੈ। ਤਮਾਸ਼ੇ ਦਾ ਰਿਕਾਰਡ ਤਾਂ ਪਿਆ ਗਿਆ ਸਾਡੇ ਕੋਲ। ਉਹ ਸ਼ਹੀਦ ਜੇ ਜਾਨਾ ਹੁੰਦੇ ਫੇਰ ਹੋ ਜਾਂਦੇ, ਫਿਰ ਕਿਹੜਾ ਬਚ ਗਏ। ਜਿਹੜੇ ਭੱਜ ਕੇ ਨਹੀਂ ਸੀ ਘਰ ਨੂੰ ਮੁੜਿਆ, ਉਹ ਕਿਹੜਾ ਬਚ ਗਏ। ਉਹ 40 ਦਾ ਮੁਕਤ ਹੋ ਗਏ, ਜਿਹੜੇ ਬਾਕੀ ਸੀ ਘਰ ਨੂੰ ਮੁੜਿਆ ਉਹ ਬਚ ਗਏ। ਉਹ ਕਿੱਥੇ ਨੇ? ਤਾਂ ਤਮਾਸ਼ਾ ਬਸ, ਬਹੁਤ ਕਾ ਵੱਡਾ ਤਮਾਸ਼ਾ। ਹਾਂਜੀ, ਦੋਸ਼ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ। ਜਿਹੜੇ ਦੁਸ਼ਟ ਸਭਾ ਸੀ, ਮਿਲ ਮੰਤਰ ਉਪਾਇਆ, ਦੁਸ਼ਟਾਂ ਦੀ ਸਭਾ ਸਾਰੀ ਉਹ ਹੁਣ ਪ੍ਰਹਲਾਦ ਦੇ ਖਿਲਾਫ, ਸੱਚ ਦੇ ਜਿਹੜੀ ਖਿਲਾਫ ਪਾਰਟੀ ਹੈ, ਉਹ ਸਾਰੇ ਦੁਸ਼ਟ ਹੁੰਦੇ ਨੇ। ਸਾਖਤ, ਨਿੰਦਕ, ਦੁਸ਼ਟ। ਕੁਛ ਸਾਖਤ ਹੁੰਦੇ ਨੇ, ਕੁਛ ਨਿੰਦਕ ਹੁੰਦੇ ਨੇ। ਨਿੰਦਕ ਮਿਸ਼ਰਨੀ ਵਾਲੇ ਨੇ, ਸਾਖਤ ਸੀਗੇ। ਸਾਖਤ ਚਲੋ ਹੁਣ ਝੰਡਾ ਸਿੱਟ ਗਏ। ਸਾਖਤ ਅਕਾਲ ਤਖਤ ਵਾਲੇ ਸੀ, ਪਰ ਹੁਣ ਨਹੀਂ ਹੈਗੇ, ਹੁਣ ਸਿੱਟ ਗਏ ਝੰਡਾ। ਸੱਚ ਦੇ ਮੂਹਰੇ ਗੁਰੂ ਦੇ ਭੈ ਚ ਆ ਗਏ, ਸਮਝ ਗਏ ਵੀ ਭੈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਗੱਲ ਹੀ ਠੀਕ ਹੈ। ਫਿਰ ਵੀ ਚੰਗਾ ਹੋਇਆ, ਵਧੀਆ ਰਹੇ, ਨੇੜੇ ਹੀ ਤਾਂ ਨਿਕਲਿਆ। ਅਸੀਂ ਵੀ ਇਹੀ ਕਹਿੰਦੇ ਵੀ ਜੇ ਅੱਗੇ ਗਲਤੀ ਹੋ ਗਈ ਹੁਣ ਮੰਨ ਲਓ। ਹੁਣ ਕਹਾਂ ਅਸੀਂ ਸਿੱਖ ਹੀ ਹਾਂ, ਗੁਰੂ ਤੇ ਉੱਤੇ ਤਾਂ ਹੋ ਹੀ ਨਹੀਂ ਸਕਦੇ। ਤੇ ਗੁਰੂ ਤੇ ਉੱਤੇ ਹੋਣਾ ਫਿਰ ਦੇਖ ਲਓ ਹੋ ਕੇ, ਫਿਰ ਆਹ ਦੋਸਤਾਂ ਵਾਲੀ ਲਾਈਨ 'ਚ ਆ ਜਾਓਗੇ। ਐ ਉੱਤੇ ਖੜੇ ਨੇ ਨਾ, ਮਨਾ ਰਹੇ ਨੇ ਜਿਹੜੇ ਪ੍ਰਹਲਾਦ ਨੂੰ। ਹਾਥੀ ਮੂਹਰੇ ਜਿਹਨਾਂ ਕਬੀਰ ਨੂੰ ਛੱਡਿਆ ਸੀ, ਜੇ ਉਹ ਲਾਈਨ 'ਚ ਖੜੇ ਹੋਣਾ, ਖੜੇ ਹੋ ਜਾਓ, ਕੋਈ ਨਹੀਂ। ਫਿਰ ਕੀ ਆ, ਅੱਗੇ ਵੀ ਹੁੰਦੇ ਹੀ ਰਹੇ ਨੇ ਖੜੇ। ਤਤੀ ਤਵੀ ਦੇ ਬਿਠਾਉਣ ਵਾਲੇ ਵੀ ਸੀਗੇ ਹੀ, ਉਹ ਵੀ ਚਾਹੀਦੇ ਨੇ, ਦੂਏ ਪਾਸੇ ਵਾਲੇ ਵੀ ਚਾਹੀਦੇ ਨੇ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਦੁਸ਼ਟ ਸਭਾ ਨੇ ਮਿਲ ਕੇ ਸਲਾਹ ਕੀਤੀ, ਮੰਤਰ ਸਲਾਹ ਕੀਤੀ। ਕਰਸੈ ਔਦ ਕਨੇਰੀ। ਕਹਿੰਦੇ ਇਹਦੀ ਉਮਰ ਜਿਹੜੀ ਹੈ ਲੰਬੀ ਕਰ ਦਈਏ। ਔਦ ਕਨੇਰੀ ਦਾ ਮਤਲਬ ਇਹਦੀ ਉਮਰ ਲੰਬੀ ਕਰਦੀ ਹੈ, ਵੀ ਇਹਨੂੰ ਆ ਜਿਹੜੀ ਸਰੀਰ ਹੈ ਇਹ ਜਾਣਦੀ ਹੈ। ਹੁਣ ਦੂਈ ਕਨੇਰੀ ਹੋ ਜਾਂਦੀ ਹੈ ਔਦ। ਹਾਂ, ਗਿਰ ਤਰ ਜਲ ਜਵਾਲਾ ਭੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਗਿਰ, ਉਹਨੂੰ ਪਹਾੜ ਤੋਂ ਸਿੱਟਣ ਦੀ ਧਮਕੀ ਦਿੱਤੀ। ਉਹ ਪਹਾੜ ਤੋਂ ਲਿਆ ਕੇ ਸਿੱਟ ਦੋ, ਉਹ ਡਰਾਉਂਦੇ ਹੀ ਸੀ। ਸਿੱਟਿਆ ਸੁੱਟਿਆ ਕੀ ਹੈ। ਗਿਰ ਤਰ, ਉਹ ਸਲਾਹ ਕਰ ਰਹੇ ਨੇ ਜੋ, ਤਾਂ ਉਹਨੂੰ ਸੁਣਾ ਕੇ ਬਿਠਾਲ। ਮੰਤਰ ਹੈ ਦੁਸ਼ਟ ਸਭਾ ਸਿਰ ਮੰਤਰ ਉਪਾਇਆ। ਉਹ ਸਲਾਹ ਕਰ ਰਹੇ ਨੂੰ ਸੁਣਾ ਕੇ, ਕੱਲ ਨੂੰ ਸਿੱਟਿਆ ਕਿਸੇ ਨੇ, ਰਾਜੇ ਦਾ ਮੁੰਡਾ ਸਿੱਟ ਦਿੰਦਾ ਕੋਈ, ਉਹ ਤਾਂ ਉਹਨੂੰ ਡਰਾਉਂਦੇ ਤੇ ਵੀ ਨਿਆਣਾ ਡਰ ਜੂਗਾ, ਵੀ ਇਹਨੂੰ ਸੁਣਾ ਕੇ ਆਪਾਂ ਭੈ ਦੇ ਦਿੰਦੇ ਹਾਂ। ਜੇ ਭੈ ਨਾ ਮੰਨੀ ਫਿਰ ਕਿਹੜਾ ਮੰਨ ਜਾਂਦਾ। ਹੁਣ ਸਾਹਿਬਜ਼ਾਦਿਆਂ ਨੇ ਭੈ ਮੰਨੀ ਨਹੀਂ, ਫਿਰ ਕੀ ਹੋ ਗਿਆ। ਉਹ ਸਾਰੇ ਜਾਣਦੇ ਹੀ ਸੀ, ਨਾਲੇ ਰਾਜੇ ਦਾ ਮੁੰਡਾ, ਕਿਵੇਂ ਕਰ ਦਿੰਦੇ ਹੋ। ਕਹਿੰਦੇ ਇਹਦੀ ਲੰਬੀ ਉਮਰ ਕਰ ਦਈਏ ਬਈ, ਇਹਨੂੰ ਸਾਜੀ ਬੰਦੇ ਦੀਏ। ਉਹ ਵੀ ਸੁਣਿਆ ਹੋਇਆ ਸੀ ਨਾ, ਕਰਸਾ ਉਹਦ ਕਨੇਰੀ, ਉਹਦੀ ਭਾਸ਼ਾ 'ਚ ਬੋਲਦੇ ਨੇ। ਇਹਨੂੰ ਸੱਤ ਜੀਵਨ ਦੇ ਦਈਏ। ਸੱਤ ਜੀਵਨ ਮਿਲਣਾ ਸਰੀਰ ਛੱਡੇ ਤੇ, ਉਹ ਸਰੀਰ ਛੱਡੇ ਤੇ ਸੱਤ ਜੀਵਨ ਮਿਲਣਾ। ਵੀ ਇਹਨੂੰ ਭਾਈ ਸੱਤ ਜੀਵਨ ਦੇ ਦਈਏ, ਤਾਂ ਭਗਤ ਹੈ ਹੁਣ, ਸਰੀਰ ਲੈ ਲਈਏ ਦਾ, ਇਹਦਾ ਸਰੀਰ ਲੈ ਲਈਏ, ਇਹਨੂੰ ਭਵ ਸਾਗਰ 'ਚੋਂ ਬਾਹਰ ਕੱਢ ਦਈਏ। ਹੁਣ
ਗਿਰਤਰ ਜਲ ਜਵਾਲਾ ਭੈ ਰੱਖਿਓ। ਅਤੇ ਭੈ ਰੱਖਿਓ ਹੈ ਸਰ, ਭੈ ਦਿੱਤੀ ਹੈ ਇਹਦੀ, ਜਲ ਜਵਾਲਾ ਅੱਗ ਦੀ ਭੈ ਦਿੱਤੀ, ਪਾਣੀ ਦੇ ਡੋਬਣ ਦੀ ਭੈ ਦਿੱਤੀ, ਪਹਾੜ ਤੋਂ ਸਿੱਟਣ ਦੀ ਭੈ ਦਿੱਤੀ, ਭੈ ਰੱਖਿਓ ਹੈ। ਰਾਜਾ ਰਾਮ ਮਾਇਆ ਫੇਰੀ। ਰਾਜਾ ਰਾਮ ਮਾਇਆ ਫੇਰੀ, ਰਾਜਾ ਰਾਮ ਨੇ ਮਾਇਆ ਹੀ ਫੇਰਤੀ ਸਾਰੀ, ਉਹ ਮੰਨੀ ਹੀ ਨਹੀਂ। ਅਡੋਲ ਅਵਸਥਾ ਬਖਸ਼ਦੀ। ਅਡੋਲ ਅਵਸਥਾ ਹੋ ਗਈ, ਮਾਇਆ ਤੋਂ ਫੇਰਤਾ ਉਹਨੂੰ, ਮਾਇਆ ਦੀ ਭੈ ਤੇ ਪਰੇ ਕਰਤਾ। ਉਹ ਕਹਿੰਦਾ ਮੈਨੂੰ ਨਹੀਂ ਇਹਨਾਂ ਦਾ ਸਰੀਰ ਦਾ, ਮਾਇਆ ਦਾ ਮੈਂ ਸਰੀਰ ਕਰਨਾ ਕੀ ਹੈ, ਮਾਇਆ ਦੀ ਮੈਂ ਜ਼ਿੰਦਗੀ ਕਰਨੀ ਹੋ ਗਈ ਹੈ। ਮਾਇਆ ਦੀ ਜ਼ਿੰਦਗੀ ਤਾਂ ਜਿੰਨਾ ਚਿਰ ਸਮਾਂ ਸਰੀਰ ਹੈ ਉਹਨਾਂ ਚਿਰ ਨਰਕ ਹੈ। ਪੁੱਠੀ ਕਰਕੇ ਉਹਨੇ ਗੱਲ ਦੱਸਤੀ, ਮਾਇਆ ਫੇਰੀ। ਕਾਢ ਖੜਗ ਕਾਲ ਭੈ ਕੋਪਿਓ, ਮੋਹਿ ਬਤਾਓ ਜੋ ਤੋਹੇ ਰਾਖੈ। ਉਹ ਹੁਣ ਉਹਨੇ ਕਹਾ ਵੀ ਉਹ ਗੱਲਾਂ ਵਾਲੀ ਤਾਂ ਮੈਂ ਮੰਨਦਾ ਨਹੀਂ। ਉਹਨੇ ਗੱਲ ਕਾਢ ਖੜਗ, ਹਾਂ ਤਲਵਾਰ ਕੱਢ ਕੇ ਹੀ ਖੜਾ ਹੋ ਗਿਆ ਸਿਰ ਤੇ। ਕਾਢ ਖੜਗ ਲਵੇ ਹੁਣ ਤੂੰ ਦੱਸ ਤੈਨੂੰ ਕੌਣ ਬਚਾਊਗਾ। ਕਾਲ ਭੈ ਕੋਪਿਓ, ਕਿਉਂਕਿ ਉਹ ਕਹਿ ਰਿਹਾ ਸੀਗਾ ਬਈ ਜੇ ਤੁਸੀਂ ਜਿੰਨਾ ਚਿਰ ਪਰਮੇਸ਼ਰ ਨਹੀਂ ਚਾਹੁੰਦਾ ਮਰ ਤਾਂ ਸਕਦਾ ਹੀ ਨਹੀਂ ਕੋਈ, ਤੁਹਾਡੇ ਵੱਸ 'ਚ ਮਾਰਨਾ ਵੀ ਨਹੀਂ ਹੈ। ਚਾਹੇ ਪਹਾੜ ਤੋਂ ਸਿੱਟੋ, ਚਾਹੇ ਪਾਣੀ 'ਚ ਡਬੋਇਆ ਵੀ ਨਹੀਂ ਮਰਦਾ। ਪਾਣੀ 'ਚ ਡਬੋਏ ਕਿੰਨੇ ਜਾਨਵਰ ਨੇ ਪਾਣੀ 'ਚ ਰਹਿੰਦੇ ਨੇ, ਉਹ ਤਾਂ ਮਰਦੇ ਨਹੀਂ। ਜਿਹਨੇ ਬਚਾਉਣਾ ਮੈਨੂੰ ਪਾਣੀ 'ਚ ਵੀ ਬਚਾ ਸਕਦਾ, ਜਿਹਨੇ ਬਚਾਉਣਾ ਅੱਗ 'ਚ ਵੀ ਬਚ ਸਕਦਾ, ਜਿਹਨੇ ਬਚਾਉਣਾ ਪਹਾੜ ਤੋਂ ਸਿੱਟੇ ਨੂੰ ਵੀ ਬਚਾ ਸਕਦਾ, ਕਿ ਉਹ ਸਮਰੱਥ ਹੈ। ਤੁਸੀਂ ਐਵੇਂ ਜਿਹੜਾ ਤੁਸੀਂ ਤੁਹਾਡਾ ਭਰਮ ਹੈ ਤੁਸੀਂ ਕੱਢਣਾ ਕੱਢ ਲਓ। ਜੇ ਤੁਹਾਨੂੰ ਨਹੀਂ ਵਿਸ਼ਵਾਸ ਉਹ ਗ੍ਰੰਥਾਂ ਨੂੰ ਤਾਂ ਤੁਸੀਂ ਮੰਨਦੇ ਹੋ, ਆਪ ਪ੍ਰਚਾਰ ਕਰਦੇ ਹੋ, ਜਾ ਕੋ ਰੱਖੇ ਸਾਈਆਂ ਮਾਰ ਨਾ ਸਕੇ ਕੋਈ। ਨਾਲੇ ਇਹ ਕਹਿੰਦੇ ਹੋ ਜਾਂ ਕਹੋ ਇਹ ਝੂਠ ਹੈ, ਇਹ ਪੜ੍ਹਨਾ ਛੱਡ ਦਿਓ। ਹੁਣ ਗੱਲ ਆਉਣ ਦਿੰਦਾ ਉਹ ਇਹਨਾਂ ਨੂੰ, ਝੂਠਿਆਂ ਨੂੰ ਕਿਵੇਂ ਗੱਲ ਆਉਣ ਦੇਵੇ? ਇੱਕ ਜਵਾਕ ਦੀ ਗੱਲ ਆਉਣ ਦਿੰਦਾ ਇਹਨਾਂ ਨੂੰ। ਸੱਚ ਦਾ ਜਿਹੜਾ ਸਮਝ ਆ ਜਾਂਦਾ, ਜਿਹਨੂੰ ਸੱਚ ਦੀ ਸਮਝ ਆ ਜਾਂਦੀ ਹੈ, ਵੱਡੇ ਵੱਡੇ ਵਿਦਵਾਨਾਂ ਨੂੰ ਇੱਕ ਛੋਟਾ ਜਵਾਕ ਦੀ ਗੱਲ ਆਉਣ ਦਿੰਦਾ। ਮੇਰੇ ਮੂੰਹ ਤਾਂ ਇਹ ਜਵਾਕ ਨੇ ਸਾਰੇ, ਮੇਰੇ ਜਿੰਨੀ ਉਮਰ ਕਿਸੇ ਦੀ ਵੀ ਨਹੀਂ ਇਹਨਾਂ ਦੀ ਹੈ। ਬਾਦਲ ਵਿਚਾਰੇ ਨੇ ਪੜ੍ਹੇ, ਬਾਦਲ ਤਾਂ ਉਹੀ ਦੁਆ, ਉਹ ਤਾਂ ਮੰਨਦਾ ਹੀ ਨਹੀਂ ਵੀ ਮੈਂ ਗੁਰਮਤਿ ਪੜ੍ਹੀ ਹੈ। ਉਹ ਤਾਂ ਕਹਿੰਦਾ ਸਿਆਸਤ ਜਾਣਦੇ ਹਾਂ ਅਸੀਂ, ਉਹ ਤਾਂ ਕਹਿੰਦੇ ਨਹੀਂ ਅਸੀਂ ਗੁਰਮਤਿ ਮੈਂ ਜਾਣਦਾ। ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਹੈ, ਉਹ ਤਾਂ ਕਹਿੰਦਾ ਨਹੀਂ, ਉਹ ਕਹਿੰਦਾ ਵੀ ਸਾਡਾ ਤਾਂ ਵਿਸ਼ਾ ਹੀ ਨਹੀਂ ਹੈ। ਹਾਂ ਉਹਨੂੰ ਵੈਸੇ ਗੁਰਬਾਣੀ ਬਾਰੇ ਗਿਆਨ ਹੋਣਾ ਚਾਹੀਦਾ ਔਰ ਗੁਰਬਾਣੀ 'ਤੇ ਚੱਲਣਾ ਚਾਹੀਦਾ ਸੀ। ਉਹਦੇ ਵਾਸਤੇ ਫਾਇਦਾ, ਨਹੀਂ ਚੱਲੂ ਉਹਦੇ ਵਾਸਤੇ ਨੁਕਸਾਨ। ਆ ਜਿਹੜਾ ਹੁਣ ਆਖਰੀ ਟਾਈਮ ਹੈ ਨਾ, ਇਹ ਜਿਹੜੀ ਉਹਨੂੰ ਚਿੰਤਾ ਘੁਲਾਉਣ ਲੱਗ ਜੂਗਾ, ਇਹ ਤਾਂ ਇਹਨੂੰ ਹੋਸ਼ ਆਊਗੀ ਵੀ ਕੀ ਹੋਇਆ, ਮੈਂ ਪਿਛਲੀ ਜ਼ਿੰਦਗੀ 'ਚ ਕੀ ਕੀਤਾ। ਜੇ ਨਾ ਕਰਦਾ ਹੁਣ ਵਾਲੀ ਜ਼ਿੰਦਗੀ ਬਹੁਤ ਔਖੀ ਨਿਕਲੂਗੀ, ਹੁਣ ਤੇ ਬਾਅਦ ਵਾਲੀ ਚਿੰਤਾ ਵਾਲੀ ਬਹੁਤ ਉੱਚਾ ਚੜ੍ਹ ਕੇ ਥੱਲੇ ਡਿੱਪਿਆ। ਮਾਇਆ ਮਣੀ ਨਾਲ ਰਾਮ ਦੋ ਚੀਜ਼ਾਂ ਹੋ ਗਈ, ਗੁਰੂ ਤੋਂ ਵੀ ਗਿਆ, ਉਧਰੋਂ ਵੀ ਗਿਆ, ਬਦਨਾਮੀ ਵੀ ਹੋ ਗਈ। ਹਰਿਆਣਾ SGPC ਵੀ ਦੋ ਫਾੜ ਹੋ ਗਈ। ਅਕਾਲ ਤਖਤ ਦੀ ਵੀ ਨਾਸ ਇਹ ਨਹੀਂ ਕਰਤਾ, ਆਪੇ ਸਭ ਕੁਛ ਨਾਸ ਕਰਤਾ। ਇਹ ਤਾਂ ਇਲਜ਼ਾਮਾਂ ਦੀ ਲੱਗਣਗੇ, ਹੋਰ ਕੁਛ ਨਹੀਂ ਹੈ। ਬਦਨਾਮੀ ਦਾ ਸਵਾਦ ਦਾ ਕੁਛ ਵੀ ਨਹੀਂ। ਰਣਜੀਤ ਸਿੰਘ ਦੇ ਰਾਜ ਵਾਲੀ ਉਹ ਗੱਲ ਹੈ ਇਹਦੇ ਨਾਲ ਹੋਣੀ। ਤੂੰ ਕੀ ਲੈਣਾ ਸੀ ਬੰਦੇ ਬਹਾਦਰ ਤੇ ਬਈ, ਤੈਂ ਕੀ ਲੈਣਾ ਸੀ? ਯਾਦਗਾਰ ਬਣਾ ਕੇ ਪੁੱਠੇ ਕੰਮ ਕੀਤੇ ਨੇ ਸਾਰੇ ਗਏ, ਪੁੱਠੇ ਮਗਰ ਲੱਗ ਗਿਆ ਉਹਨਾਂ ਦੇ। ਨਾਨਕ ਸ਼ਾਹੀ ਕੈਲੰਡਰ ਦੀ ਗੱਲ ਦੀ ਫਾਸ ਬਣ ਗਿਆ ਇਹਨਾਂ ਦੇ। ਚਲੋ ਕੈਲੰਡਰ ਤਾਂ ਇਹਨਾਂ ਨੇ ਲੈਣਾ ਕੀ ਹੈ? ਕੈਲੰਡਰ ਸਾਡਾ ਮਤਲਬ ਕੀ ਹੈ? ਉਹ ਕਹਿੰਦੇ ਜੇ ਸੇਮ ਆ ਗਿਆ 28 ਤਰੀਕ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਉਦੋਂ ਹੀ ਜਨਮ ਦਿਨ ਆ ਗਿਆ ਦਸਮ ਪਾਤਸ਼ਾਹ ਦਾ। ਉਹ ਕਹਿੰਦੇ ਹੁਣ ਕੱਲ੍ਹ ਕਾਲ ਤਖਤ ਦੇ ਜ਼ਹਿਰ ਦਾ ਹੋਇਆ ਵੀ ਅਸੀਂ ਕੌਮ ਭੰਮੜ ਭੂਸੇ 'ਚ ਫਸ ਗਈ, ਵੀ ਖੁਸ਼ੀ ਤੇ ਕਮੀ ਕਿਵੇਂ ਇਕੱਠੀ ਮਨਾਈਏ। ਦੋਏ ਖੁਸ਼ੀਆਂ ਨੇ ਸਾਨੂੰ, ਹਰਕ ਸੋਗ ਤੇ ਰਹੇ ਨਿਆਰਾ ਭੁੱਲ ਗਏ। ਉਹ ਛੱਡੋ ਪਰੇ, ਛਿੱਤਰ ਖਾ ਕੇ ਆਪੇ ਖੜ ਜਾਣਗੇ। ਸਾਡਾ ਮਤਲਬ ਹੀ ਨਹੀਂ ਕੈਲੰਡਰਾਂ ਨਾਲ, ਸਾਡਾ ਜਨਮ ਦਿਨ ਨਾਲ ਨਾ ਮਤਲਬ ਹੀ ਕੋਈ ਨਹੀਂ। ਸਾਡਾ ਕੋਈ ਮਤਲਬ ਹੀ ਨਹੀਂ ਹੈ ਇਹਨਾਂ ਨਾਲ। ਇਹ ਫਸਣਗੇ, ਇਹਨਾਂ ਦੀ ਕੌਮ ਹੈ, ਕੌਮ ਵਾਲੇ ਨੇ।
ਇਹ ਕੌਮੇ ਚਲੇ ਜਾਣਗੇ ਹੁਣ ਕੌਮ ਵਾਲੇ। ਕਾੜ ਖੜਗ ਕਾਲ ਭੈ ਕੋਪਿਓ ਮੋਹੇ ਬਤਾਓ ਜੋ ਤੋਹੇ ਰੱਖਾ ਕਹੇ ਹੈ। 2 ਮਹੀਨੇ ਕੌਮੇ ਚਲੇ ਜਾਓ, ਨਾ ਉਹ ਬਣਾਓ ਨਾ ਉਹ ਬਣਾਓ। ਮੈਂ ਭਾਈ ਕੌਮੇ ਜਾ ਕੌਮ ਹੁਣ ਨਹੀਂ ਕੋ ਬਣਾਉਣਾ। ਮੋਹੇ ਬਤਾਓ ਜੋ ਤੋਹੇ ਰੱਖਾ ਹੈ। ਕਾੜ ਖੜਗ ਤਲਵਾਰ ਕੱਢ ਲਈ, ਪੈ ਦੇਤੀ। ਹੁਣ ਕਹਿੰਦਾ ਲੈ ਵੀ ਚਲੋ ਛੱਡੋ, ਹੁਣ ਤੈਨੂੰ ਦੱਸ ਕੌਣ ਬਚਾਊਗਾ ਇੱਥੋਂ। ਉਹ ਕਹਿੰਦਾ ਚੱਲ ਤੂੰ ਗਾਹਾਂ ਚੱਲ, ਤੈਨੂੰ ਦੱਸਦਾ ਕੌਣ ਬਚਾਊਗਾ। ਪੀਤ ਰਾਮਚੰਦਰ ਨੂੰ ਜਦ ਕੱਟਣ ਲੱਗਿਆ ਨਾ, ਰਾਮਚੰਦਰ ਦੀ ਤਲਵਾਰ ਖਿੱਚੀ ਉਹਨੇ ਕੁਹਾੜਾ ਪਰਸ਼ੁਰਾਮ ਨੇ, ਉਦੋਂ ਕਹਿੰਦਾ ਕੀ ਨਾ ਬਚਾਇਆ ਸੀ, ਉਹ ਬਚਾਊਗਾ ਚੱਲ ਤੂੰ। ਉਹ ਵੀ ਰਾਮ ਹੈ ਸੀ, ਮੈਂ ਵੀ ਰਾਮ ਹਾਂ। ਆਪੇ ਕਹਾਣੀਆਂ ਬਣਾਈ ਬੈਠੇ ਨੇ ਸਾਰੀਆਂ। ਰਾਮ ਦੇ ਉੱਤੇ ਜਦ ਉਹਨੇ ਕੁਹਾੜਾ ਚੱਕਿਆ ਪਰਸ਼ੁਰਾਮ ਨੇ, ਉਦੋਂ ਕਿਹਨੇ ਬਚਾਇਆ ਸੀ? ਤੁਸੀਂ ਕਹਿੰਦੇ ਉਹਦੀਆਂ ਬਾਹਾਂ ਉੱਥੇ ਹੀ ਜਾਮ ਹੋ ਗਈਆਂ, ਉਦੋਂ ਕਿਹਨੇ ਬਚਾਇਆ ਸੀ ਬਈ? ਵਿਸ਼ਵਾਸ ਹੀ ਨਹੀਂ ਨਾ ਲੋਕਾਂ ਨੂੰ, ਕਾਸੇ ਦਾ ਵੀ ਝੂਠ ਬੋਲਣ ਉਹਦਾ ਵੀ ਵਿਸ਼ਵਾਸ ਨਹੀਂ, ਸੱਚ ਤੇ ਤਾਂ ਵਿਸ਼ਵਾਸ ਕਰਦੇ ਹੀ ਨਹੀਂ। ਜਿਹੜੀ ਝੂਠੀ ਕਹਾਣੀ ਬਣਾਉਂਦੇ ਵਿਸ਼ਵਾਸ ਉਹ 'ਤੇ ਵੀ ਨਹੀਂ ਕਰਦੇ। ਜਾਂ ਤਾਂ ਇਹਨੂੰ ਪਤਾ ਹੁੰਦਾ ਵੀ ਸਾਡੀ ਉਹ ਝੂਠੀ ਬਣਾਈ ਹੋਈ ਆ, ਇਹ ਕਿਹੜਾ ਸੱਚ ਹੈ। ਨਾ ਸੱਚ ਤੇ ਵਿਸ਼ਵਾਸ, ਨਾ ਝੂਠ ਤੇ ਵਿਸ਼ਵਾਸ। ਹਾਂ। ਪੀਤ ਪੀਤਾੰਬਰ ਤ੍ਰਿਭਵਨ ਧਣੀ ਥੰਬ ਮਾਹੀ ਹਰ ਭਾਖਾ ਹੈ। ਜਦ ਪੀਤ ਪਤੰਬਰ ਜਿਹਦਾ ਅੰਬਰ ਪੀਤਾ ਹੋਇਆ, ਸਾਰਾ ਅੰਬਰ ਜਿਹਦਾ ਪੀਤਾ ਹੋਇਆ, ਸਰਬ ਵਿਆਪੀ। ਪੀਤ ਪੀਤੰਬਰ ਤ੍ਰਿਭਵਨ ਧਣੀ, ਤ੍ਰਿਭਵਨ ਤਿੰਨਾਂ ਭਵਨਾਂ ਦਾ ਮਾਲਕ, ਸਰਬ ਵਿਆਪੀ। ਥੰਬ ਮਾਹੇ ਹਰ ਭਾਖਾ ਹੈ। ਥੰਮ ਮਾਹੇ ਹਰ ਭਾਖਾ ਹੈ। ਥੰਮ ਦੇ ਵਿੱਚੋਂ ਜਦ ਹਰ ਅਡੋਲ ਹੋ ਗਿਆ, ਜਿਹੜਾ ਹਰ ਇਹਦਾ ਅਡੋਲ ਹੋਇਆ ਤਾਂ ਉਹਦੇ ਵਿੱਚੋਂ ਬੋਲ ਪਿਆ। ਉਹ ਉਹਦੇ ਵਿੱਚ ਬੋਲਿਆ, ਅੰਦਰਲੇ ਹਰ ਵਿੱਚੋਂ ਬੋਲਿਆ। ਬੁਲਾਇਆ ਬੋਲਣ ਲੱਗ ਗਿਆ ਨਾ, ਬੁਲਾਇਆ ਬੋਲਣ ਲੱਗ ਗਿਆ। ਉਹ ਤੁਰਕੀ ਬਾਣੀ ਆ ਗਈ, ਜਿਵੇਂ ਨਾਮਦੇਵ ਉਹ ਗਾਇਆਂ ਵਾਲੀ ਗੱਲ ਆਈ ਸੀ, ਉਹ ਅਗਲਾ ਸ਼ਬਦ ਨਾਮਦੇਵ ਨੂੰ ਗਾਇਆਂ ਵਾਲੀ ਗੱਲ ਆਈ ਸੀ, ਉਹ ਇਹੀ ਨਾਮਦੇਵ ਨੂੰ ਆਈ ਸੀ, ਇਹੀ ਪ੍ਰਹਲਾਦ ਨੂੰ ਆਈ ਹੈ। ਪ੍ਰਹਲਾਦ ਬੋਲਿਆ ਹੀ ਹੈ ਨਾ, ਰੁਪਏ ਵਾਸਤਾ ਚੋਰ ਕੁਛ ਨਹੀਂ ਹੋਇਆ, ਬੋਲਿਆ ਹੀ ਹੈ, ਹੋਰ ਕੀ ਹੋਣਾ ਸੀ ਉੱਥੇ। ਹਾਂ। ਹਰ ਨਾਗਸ਼ ਜਿਨੀ ਨਖਹਿ ਬਿਦਾਰਿਓ ਸੁਰਨਰ ਕੀਏ ਸਨਾਥਾ। ਐਸੀ ਗੱਲ ਸੱਚ ਦੀ ਕਹੀ ਨਾ ਹੁੰਦਾ ਸੱਚ, ਐਸਾ ਸੱਚੀਆਂ ਸੱਚੀਆਂ ਗੱਲਾਂ ਸੁਣਾਈਆਂ। ਉਹਦੀ ਹਰਨਾਕ ਦਾ ਜਿਹੜਾ ਸੀ ਲੀਰਾਂ ਹੀ ਬਣਾਤਾ, ਉਹਦੇ ਡਰ ਦੀਆਂ ਲੀਰਾਂ ਬਣਾਤੀਆਂ। ਤੂੰ ਮੈਨੂੰ ਡਰਾਉਣਾ? ਚੱਲ ਚਲਾ ਖੜ ਕੇ ਪਹਿਲਾਂ ਦੇਖਾਂ। ਹੋਇਆ ਸਰੀਰ ਹੈ ਮਾਇਆ ਦਾ, ਨਾਲੇ ਕਹਿੰਦੇ ਇਹਨੂੰ ਉਹ ਦੇ ਦੀਏ, ਲੰਬੀ ਉਮਰ ਕਰ ਦੀਏ। ਮੇਰੀ ਤਾਂ ਲੰਬੀ ਉਮਰ ਹੋਊ, ਇਹਦੇ ਨਾਲ ਵੀ ਉਹਦੇ ਨਾਲ ਵੀ। ਨਾਲੇ ਆਪ ਕਹਿੰਦੇ ਸੀ ਸਰੀਰ ਦੇ ਲੱਗੂ ਤਲਵਾਰ, ਮਾਇਆ ਤੇ ਮਾਇਆ ਲੱਗੂਗੀ। ਮੇਰੇ ਕਿਵੇਂ ਲੱਗ ਜੂ? ਹੋਈ ਆਤਮਾ ਤੇ ਕਿਵੇਂ ਲੱਗ ਜੂ? ਆਤਮਾ ਦੀਦੀ ਹੈ ਤੈਨੂੰ? ਤੈਨੂੰ ਤਾਂ ਆਪਣੀ ਦੀਦੀ ਨਹੀਂ, ਤੈਨੂੰ ਆਪਣੀ ਦੀਦੀ ਹੁੰਦੀ ਤੂੰ ਇਹ ਗੱਲੇ ਨਾ ਕਹਿੰਦਾ। ਐਸੀ ਕਪੱਤ ਕੀਤੀ ਉਹਦੇ ਨਾਲ, ਪਾਣੀ ਪਾਣੀ ਕਰਤਾ। ਬੜਾ ਗਿਆਨਵਾਨ ਸੀ ਉਹ ਵੀ, ਚਲਾਕ ਸੀ ਉਹ। ਕਿਉਂ? ਗਿਆਨ ਤਾਂ ਦੋਏ ਜਾਣਦਾ ਸੀ। ਪਹਿਲਾਂ ਉਹ ਵੀ ਨਾਰਦ ਆਖਰ ਦੇ ਘਰ ਆਉਂਦਾ ਤਾਂ ਗੱਲਾਂ ਤਾਂ ਉਹ ਵੀ ਜਾਣਦਾ ਸੀ। ਜਿਹੜਾ ਗੁਰਮਤ ਸਮਝ ਕੇ ਵਿਗੜ ਜਵੇ ਖਤਰਨਾਕ ਹੁੰਦਾ। ਇਹ ਬੀਣੇ ਗੁਰਮਤ ਸਮਝ ਕੇ ਵਿਗੜੇ ਹੋਏ ਸੀ। ਆ ਜਿਹੜੇ ਹੁਣ ਵਾਲੇ ਨੇ ਤਾਂ ਬੇਸਮਝ ਨੇ, ਇਹਨਾਂ ਨੂੰ ਸਮਝ ਨਹੀਂ ਹੈਗੀ ਗੁਰਮਤ ਦੀ। ਪ੍ਰਿਥਵੀ ਸਮਝ ਕੇ ਵਿਗੜਿਆ ਹੋਇਆ ਸੀ। ਜਿਹੜਾ ਸ੍ਰੀ ਚੰਦ ਸਿੰਘ ਗੁਰਮਤ ਸਮਝ ਕੇ ਵਿਗੜਿਆ ਹੋਇਆ ਸੀ। ਜਿਹੜਾ ਗੁਰਮਤ ਨੂੰ ਸਮਝ ਕੇ ਵਿਗੜ ਜਵੇ ਨਾ, ਉਹ ਮੋਹਣੀ ਵਗੈਰਾ ਸਾਰੇ ਸਮਝ ਕੇ ਵਿਗੜੇ ਹੋਏ ਸੀ। ਹਾਂ, ਰਾਮ ਰਾਏ ਵੀ ਸਮਝ ਕੇ ਵਿਗੜਿਆ ਹੋਇਆ ਸੀ।
ਉਹਨਾਂ ਨੇ 300 ਸਾਲ ਗੁਰਬਾਣੀ ਨਹੀਂ ਉੱਠਣ ਦਿੱਤੀ। ਉਹਨਾਂ ਦੀ ਪਲੈਨਿੰਗ ਅੱਜ ਤੱਕ ਗੁਰਬਾਣੀ ਉੱਤੇ ਨਹੀਂ ਆਈ। ਜਿਹੜਾ ਪੰਡਤ ਸੀ ਜਦ ਉਹਨੇ ਬਾਟ ਪਾੜੀ ਹੈ ਉਹ ਸਮਝਦਾ ਸੀਗਾ, ਮਨੂ ਨੇ ਸਮਝ ਕੇ ਵਿਗਾੜੀ ਹੈ ਸਭ ਕੁਝ। ਸਿਮਰਤੀਆਂ ਜਿਹੜੀਆਂ ਲਿਖੀਆਂ ਨੇ, ਵੇਦ ਨੂੰ ਸਮਝਦਾ ਤਾਂ ਸਿਮਰਤੀਆਂ ਨੇ ਲਿਖਤੀਆਂ। ਉਸ ਸਮਝ ਤੋਂ ਉੱਪਰ ਬਰਾਬਰ ਆ ਕੇ ਆਦਮੀ ਉਹ ਚੋਂ ਕੱਢ ਸਕਦਾ ਹੈ। ਜਿੱਥੇ ਉਹਨੇ ਗੱਡਾ ਫਸਾਇਆ ਨਾ, ਉਹ ਉਦੋਂ ਤਕੜਾ ਬੌਲਦ ਲਿਆਓ ਜਿੱਥੇ ਗੱਡਾ ਫਸ ਗਿਆ ਨਾ, ਜਿੱਥੇ ਤਕੜਾ ਬੌਲਦ ਲਿਆ ਕੇ ਨਿਕਲਦਾ ਉੱਥੋਂ ਗੱਡਾ। ਉਹਨੇ ਜੋਰ ਵਾਲਾ ਕਿਵੇਂ ਕੱਢੂ ਜਿੱਥੇ ਫਸ ਗਿਆ? ਉਹ ਤਾਂ ਉਦੋਂ ਫਿਰ ਤਕੜਾ ਲਿਆ ਜਾਂਦਾ, ਉਦੋਂ ਸ਼ਕਤੀਸ਼ਾਲੀ ਆਉਂਦਾ ਤਾਂ ਕੱਢਦਾ ਉੱਥੋਂ ਵੜਿਆ ਹੋਇਆ। ਤਕੜੀ ਬੁੱਧ ਆਉਂਦੀ ਹੈ ਫਿਰ ਕੱਢਦੀ ਹੈ ਉਦੋਂ। ਇਹਨਾਂ ਨੇ ਤਾਂ ਫਸਾ ਕੇ ਕਹਿੰਦਾ ਵੀ ਨਾ ਕੋਈ ਜੰਮੇ ਨਾ ਇਹ ਗੱਡਾ ਇੱਥੋਂ ਨਿਕਲੇ। ਫਸਾਇਆ ਜੋ ਗੁਰੂ ਘਰ ਵਾਲਿਆਂ ਨੇ ਆਪ ਸੀ। ਇਹ ਨਹੀਂ ਸੀ ਪਤਾ ਵੀ ਖਾਲਸਾ ਜਿਹੜਾ ਹੈਗਾ ਨਾ, ਇਹ ਸੋਢੀ, ਇਹ ਵੇਦੀਆਂ ਨੂੰ ਗਾਹਾਂ ਨੇ, ਇਹਨਾਂ ਕੋਲ ਗ੍ਰੰਥ ਇੱਕ ਹੋਰ ਹੈ ਨਵਾਂ। ਉਹਨਾਂ ਕੋਲ ਆਦ ਕੱਲਾ ਦੀ, ਸਾਡੇ ਕੋਲ 10 ਮੈਂ ਡਬਲ ਤਾਕਤ ਹੈ ਸਾਡੇ ਕੋਲ। ਸਾਡੇ ਕੋਲ 2 ਇੰਜਣ ਲੱਗੇ, ਉਹਨਾਂ ਦਾ ਕੱਲਾ ਇੰਜਣ ਸੀ। ਸਾਡੇ ਕੋਲ ਇੰਜਣ 2 ਨੇ। ਇੱਕ ਤਾਂ ਸੀਗੀ ਜੁੜੀ ਹੋਈ, ਇੱਕ ਬੈਂਡੀ ਊਂਟ ਲੱਗਿਆ ਹੋਇਆ। ਬੈਂਡੀ ਲਾਉਂਦਾ ਊਂਟ, ਸਾਡੇ ਬੈਂਡੀ ਦਾ ਸਮਰਥ ਲੱਗਿਆ ਹੋਇਆ। ਗੱਡਾ ਤਾਂ ਕੱਢ ਲਿਆ। ਫਸਾਇਆ ਕਿਹਨਾਂ ਸੀ? ਬੁੜਦਾਂ ਨੇ। ਉਹ ਊਂਟ ਦਾ ਨਹੀਂ ਸੀ ਪਤਾ ਜਿਹੜਾ ਬੈਂਡੀ ਲਾਤਾ। ਉਹ ਫਾਲਤੂ ਲਾਇਆ ਦਸਮ ਪਾਤਸ਼ਾਹ ਨੇ ਸਾਨੂੰ ਦੇ ਦਿੱਤਾ ਵੀ ਤੁਸੀਂ ਆਹ ਲਾ ਲਿਓ, ਜੋੜ ਲਿਓ ਜਿੱਥੇ ਵੀ ਹੋਵੇ ਨਾ, ਆਹ ਜੋੜ ਲਿਓ ਆਪਣੇ ਚੁੱਪ ਕਰਕੇ। ਅਸੀਂ ਉਹ ਜੋੜ ਲੈਂਦੇ ਮੂਹਰੇ, ਉਹ ਜਾਂਦਾ ਫਿਰ ਫੱਟੇ ਚੱਕਦਾ। ਸਾਡੇ ਕੋਲ ਦੂਰੀ ਤਾਕਤ ਹੈ ਨਾ, ਕੋਈ ਸਿੰਗਲ ਤਾਕਤ ਵਾਲਾ ਦਾ ਫਸਾਇਆ। ਦੂਰੀ ਤਾਕਤ ਵਾਲਾ ਕਿਵੇਂ ਛੱਡ ਦੂ ਉਹਨੂੰ? ਉਹ ਇੰਜਣ 2 ਲੱਗ ਗਏ ਉਹਦੇ। ਹਰਨਾਕਸ਼ ਜਿਨੀ ਨਖੈ ਬਦਾਰਿਓ, ਹਰਨਾਕਸ਼ ਜਿਨੀ ਨਖੈ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਊਂਟੇ ਖੋਲਤਾ ਅਕਾਲ ਤਖਤ ਵਾਲਿਆਂ ਨੇ। ਇਹ ਨਹੀਂ ਪਤਾ। ਚੁਕਾਏ ਉਹ ਅਸੀਂ ਕਿਹਾ ਵੀ ਚੁੱਪ ਕਰ ਰਹੋ, ਵਧੀਆ ਕੀਤਾ ਇਹਨਾਂ ਨੇ। ਇਹਨਾਂ ਨੇ ਵਰਸ਼ਾ ਰੱਖ ਲਿਆ, ਬੰਦੂਕ ਤਲਵਾਰ ਰੱਖ ਲਈ, ਵਰਸ਼ਾ ਸਾਨੂੰ ਦੇ ਦਿੱਤਾ। ਤੇ ਤਲਵਾਰ ਵਾਲਾ ਵਰਸ਼ੇ ਵਾਲੇ ਦੇ ਨੇੜੇ ਕਿਵੇਂ ਆ ਜੂਗੇ? ਤਲਵਾਰ ਸਾਡੇ ਕੋਲ ਹੈ, ਢਾਲ ਵੀ ਹੈ, ਢਾਲ ਵੀ ਨਹੀਂ ਰੱਖੀ ਇਹਨਾਂ ਨੇ ਤਾਂ ਮੂਰਖਾਂ ਨੇ। ਤਲਵਾਰ ਕੱਲੀ ਨਹੀਂ ਕੁਛ ਕਰਦੀ ਢਾਲ ਬਿਨਾ। ਉਹ ਤਾਂ ਮੁਸਲਮਾਨ ਵੀ ਨਹੀਂ ਰੱਖਦਾ ਕੱਲਾ ਤਾਂ ਢਾਲ ਤੇ ਬਿਨਾ ਤਲਵਾਰ। ਤਲਵਾਰ ਦਾ ਕੱਲੀ ਕਿਸੇ ਕੰਮ ਹੀ ਨਹੀਂ ਬਿਨਾ ਢਾਲ ਤੇ। ਡਾਂਗ ਚੰਗੀ ਹੈ ਤਲਵਾਰ ਨਾਲ ਉਹਨਾਂ ਦੀ ਨੂੰ। ਕੋਈ ਅਕਾਲੀ ਆ ਜਾਵੇ ਨਿਹੰਗ ਸਿੰਘ ਡਾਂਗ ਨਾ ਖੋਲੂਏ ਤੇ ਤਲਵਾਰ ਦੇਖ ਲੈਣ, ਲਿਆਉਣ ਜਿਹਨੂੰ ਮਰਜੀ। ਇੱਕ ਡਾਂਗ ਵਾਲਾ ਤਲਵਾਰ ਖੋਲੂ ਉਹਦੀ, ਥੱਲੇ ਸੁਟਾ ਦੂ। ਇਹਨਾਂ ਨੂੰ ਕੀ ਪਤਾ ਵੀ ਤਲਵਾਰ ਢਾਲ ਤੇ ਬਿਨਾਂ ਤਲਵਾਰ ਕਿਸ ਕੰਮ ਦੀ ਹੈ? ਉਹ ਵੀ ਨਹੀਂ ਰੱਖੀ ਇਹਨਾਂ ਨੇ ਤਾਂ। ਇਹ ਤਾਂ ਖਾਲੀ ਡੱਬੇ ਨੇ। ਉਹੀ ਇਹਨੂੰ ਬੜਾ ਪਤਾ ਵੀ ਲੜਾਈ ਕੀ ਹੁੰਦੀ ਹੈ। ਉਹਨਾਂ ਨੇ ਫੇਰ ਵੀ ਨਹੀਂ, ਵਰਸ਼ੇ ਦੇ ਬਾਅਦ ਵੀ ਛੋਟਾ ਹਥਿਆਰ ਫਿਰ ਜੇ ਜੱਫੋ ਜੱਫੀ ਹੋ ਜਾਣ, ਫਿਰ ਤਲਵਾਰ ਟੁੱਟ ਜਾਏ, ਤਲਵਾਰ ਛੁੱਟ ਜਾਏ ਹੱਥੋਂ, ਜੋਰ ਨਾ ਮਾਰੀ ਹੋਈ, ਜੱਫੋ ਜੱਫੀ ਹੋ ਗਏ। ਫਿਰ ਖੰਜਰ ਰੱਖੀ ਹੋਈ ਹੈ। ਛੋਟੇ ਹਥਿਆਰ ਵੀ ਜੱਫਾ ਲਾ ਕੇ ਥੱਲੇ ਬਾਹ ਨਹੀਂ ਸੀ ਆਉਂਦੀ, ਹੱਥ ਆ ਬੁੱਕਲ ਜਿਹੜੇ ਥੱਲੇ ਹਥਿਆਰ ਸੀ। ਨਿਹੰਗ ਸਿੰਘ ਸਿਰ 'ਚ ਰੱਖਣ ਲੱਗੇ। ਸਿਰ 'ਚ ਜਿਹੜੇ ਛੋਟੇ ਹਥਿਆਰ ਨਹੀਂ ਹੁੰਦੇ, ਕੰਮ ਦੇ ਹੁੰਦੇ ਸੀ ਪੱਗ ਚਲੇ ਹੋਏ ਹਥਿਆਰ। ਉੱਤੋਂ ਹੀ ਕੱਢ ਲੈਣਾ, ਉੱਤੋਂ ਹੱਥ ਉੱਤੋਂ ਹੀ ਠੋਕ ਦੇਣਾ ਥੱਲੇ। ਇਹਨਾਂ ਨੂੰ ਕੀ ਪਤਾ ਵੀ ਇਹ ਲੋਹਾ ਪਾਈ ਫਿਰਦੇ ਨੇ ਸਿਰ 'ਚ। ਇਹ ਹੁਣ ਵਾਲੇ ਲੋਹਾ ਪਾਈ ਫਿਰਦੇ ਨੇ ਮੂਰਖ, ਇਹਨਾਂ ਨੂੰ ਨਹੀਂ ਪਤਾ। ਉੱਤੇ ਕਿਉਂ ਆਉਣ ਲੱਗੀਆਂ ਨੇ ਛੋਟੀਆਂ ਕਿਰਪਾਨਾਂ? ਉਹਦੀ ਵਜ੍ਹਾ ਸੀ, ਉਦੋਂ ਲੋੜੇ ਸੀ। ਹੁਣ ਤਾਂ ਲੋਹੇ ਦਾ ਬਹੁਤ ਚੱਕੀ ਫਿਰਦੇ ਨੇ। ਇਹਨਾਂ ਨੂੰ ਕੀ ਪਤਾ ਵੀ ਉੱਤੇ ਕਾਹਤੇ ਸੀ? ਲੋੜ ਸੀ ਉਦੋਂ। ਉੱਤੇ ਭਾਈ ਚਾਕੂ ਵੀ ਹੋਵੇ, ਚਾਕੂ ਵੀ ਆਦਮੀ ਨੂੰ ਛੋਟਾ ਜਿਹਾ ਵੀ ਹੋਵੇ, ਆਦਮੀ ਦੇ ਲੱਗੇ। ਜਿਹੜਾ ਜੱਫੀ ਪਾਈ ਖੜਾ ਉਹਦੀ ਜੱਫੀ ਢਿੱਲੀ ਹੋ ਜਾਂਦੀ ਹੈ। ਛੋਟੇ ਹਥਿਆਰ ਉੱਤੇ ਰੱਖੇ ਗੁਰੂ ਨੇ ਕਿਹਾ ਉੱਤੇ ਰੱਖੋ, ਜੇ ਜੱਫਾ ਪੈ ਜਾਏ ਥੱਲੇ ਹੱਥੇ ਨਾ ਜਾਵੇ ਤੁਹਾਡਾ। ਪਿਸਤੌਲ ਅਗਲਾ ਕੱਢਣ ਨਹੀਂ ਦਿੰਦਾ ਹੈਗਾ। ਜਿਹੜਾ ਸਿਆਣਾ ਜੱਫਾ ਇਸ ਤਰੀਕੇ ਨਾਲ ਮਾਰਦਾ, 2 ਹੱਥ ਕਾਬੂ ਕਰਦਾ ਪਹਿਲਾਂ। ਜਿਹੜਾ ਵਿਰੋਧੀ ਉਹਨੂੰ ਤਾਂ ਪਤਾ ਕਿਵੇਂ ਕਰਨਾ। ਇਹਨਾਂ ਨੂੰ ਬੜੀ ਅਕਲ ਹੈ। ਇੱਕੋ ਅਕਲ ਹੈ ਇਹਨਾਂ ਨੂੰ, ਗੋਲਕ ਦੀ, ਬਸ ਹੋਰ ਕੁਛ ਨਹੀਂ ਇਹਨਾਂ ਨੂੰ ਅਕਲ। ਸਵਾਏ ਗੋਲਕ ਦੇ ਕੱਖ ਨਹੀਂ ਪਤਾ ਇਹਨਾਂ ਨੂੰ।
ਗੋਲਕ ਦਾ ਪਤਾ, ਬਸ ਸੇਵਾ ਸੰਭਾਲ ਦੀ ਉਹ ਗੱਲ ਹੈ। ਹਰਨਾਕ ਜੀ ਨਖੇ ਬਦਾਰਿਓ ਸੁਰ ਨਰ ਕੀਏ ਸਨਾਥਾ। ਨਖਾ ਬਦਾਰਿਓ, ਨਖ ਕੀ ਹੁੰਦਾ ਹੈ? ਨਖ ਸਿੱਖ ਹੁੰਦੀ ਹੈ। ਉਹ ਸਿੱਖਿਆ ਜਿਹੜੀ ਸੱਚ ਦੀ ਹੋਵੇ ਉਹਨੂੰ ਨਖ ਸਿੱਖ ਕਹਿੰਦੇ ਨੇ। ਸੱਚ ਦੀ ਸਿੱਖਿਆ ਨਾਲ ਵਿਦਾਰ ਕੇ ਪਾੜ ਕੇ ਰੱਖਦਾ ਸਭ ਕੁਛ ਉਹਦਾ। ਹਰਨਾਕ ਦਾ ਹਰਾਤਾ ਕਹਿਣ ਦਾ ਮਤਲਬ ਹੈ ਗੱਲਾਂ ਬਾਤਾਂ ਨਾਲੇ ਹਰਾਤਾ। ਸੁਰ ਨਰ ਕੀਏ ਸਨਾਥਾ। ਸੁਰ ਨਰ ਕੀਏ ਸਨਾਥਾ, ਜਿਹੜੇ ਦੇਵਤੇ ਕਿਸਮ ਦੇ ਆਦਮੀ ਸੀ ਉੱਥੇ, ਉਹ ਕਹਿੰਦਾ ਨਹੀਂ, ਪ੍ਰਹਲਾਦ ਜੋ ਕਹਿੰਦਾ ਠੀਕ ਕਹਿੰਦਾ, ਉਹਦੇ ਨਾਲ ਸਾਥ ਦੇ ਗਏ। ਜਿਹੜੇ ਪਬਲਿਕ ਸੀ ਉਹ ਰਾਜੇ ਨੂੰ ਕਹਿੰਦੇ ਵੀ ਗੱਲ ਗਲਤ ਹੈ, ਪ੍ਰਹਲਾਦ ਜੋ ਕਹਿ ਰਿਹਾ ਠੀਕ ਕਹਿ ਰਿਹਾ, ਤੁਸੀਂ ਬਸ ਇੱਥੇ ਰਹਿਣ ਦਿਓ, ਇਹ ਠੀਕ ਹੈ, ਆਪਾਂ ਗਲਤ ਆ। ਇਹਦੀ ਜਿਹੜੀ ਅਵਸਥਾ ਹੈ ਸਾਡੀ ਹੋਈ ਨਹੀਂ। ਅਸੀਂ ਆਪਣੀ ਹਾਰ ਮੰਨੋ ਵੀ ਅਸੀਂ ਨਲਾਇਕ ਹਾਂ, ਉਹ ਲਾਇਕ ਨੂੰ ਨਲਾਇਕ ਬਣਾਉਂਦੇ ਹੋ। ਨਲਾਇਕ ਲਾਇਕ ਬਣੋ, ਲਾਇਕ ਨੂੰ ਨਲਾਇਕ ਬਣਾ ਰਹੇ ਹੋ, ਨਲਾਇਕ ਖੁਦ ਲਾਇਕ ਨਹੀਂ ਬਣ ਰਹੇ। ਕਹਿੰਦੇ ਅਸੀਂ ਜ਼ਿਆਦਾ ਲਾਇਕ ਇੱਕ ਹੈ, ਇਸ ਕਰਕੇ ਇਹਨੂੰ ਵੀ ਨਲਾਇਕ ਬਣਾ ਦਈਏ, ਸਾਰੇ ਨਲਾਇਕ ਹੈ, ਠੀਕ ਹੋ। ਕੁਛ ਤਾਂ ਆਦਮੀ ਚਾਹੁੰਦੇ ਹੀ ਨਹੀਂ ਬਣਨਾ, 99% ਤਾਂ ਨਲਾਇਕ ਬਣਨਾ ਚਾਹੁੰਦੇ ਹੀ ਨਹੀਂ। ਫਿਰ ਚਾਹੁੰਦੇ ਨਹੀਂ, ਫਿਰ ਉਹ ਤਾਂ ਇਹੀ ਕਹਿਣਗੇ ਵੀ ਨਲਾਇਕ ਹੋਵੋ ਸਾਰੇ, ਨਹੀਂ ਉਹਨਾਂ ਦੀ ਆਪਣੀ ਕਦਰ ਨਹੀਂ ਰਹਿੰਦੀ। ਉਹ ਆਪਣੀ ਕਦਰ ਵਾਸਤੇ, ਹਉਮੈ ਵਾਸਤੇ ਕਹਿੰਦੇ ਨਲਾਇਕ ਰਹੋ ਸਾਰੇ, ਸਿੱਖ ਬਣੋ ਹੀ ਨਾ, ਇਹੋ ਜਿਹੀ ਸਿੱਖੀ ਠੀਕ ਹੈ। ਨਲਾਇਕ ਨੇ ਬਾਕੀ, ਸੱਚ ਉਹਨਾਂ ਨੇ ਗੁਰਬਾਣੀ ਮੰਨਣੀ ਹੋਣੀ ਉਹਨਾਂ ਨੇ, ਤੇ ਅਸੀਂ ਉਹਨਾਂ ਦਾ ਆਚਾਰ ਪਾਉਣਾ ਸਿੱਖਾਂ ਦਾ, ਜਿਨ੍ਹਾਂ ਨੇ ਗੁਰਬਾਣੀ ਨਹੀਂ ਮੰਨਣੀ। ਅਸੀਂ ਕਹਿੰਦੇ ਉਹ ਸਿੱਖੇ ਦੀ ਗੱਲ ਛੱਡ ਕੇ ਪਰੇ ਹੁਣ ਕਿਉਂ ਕਹਾ ਰਹੇ ਨੇ ਸਿੱਖਾਂ? ਕੋਈ ਜ਼ਰੂਰੀ ਹੈ ਪਿੱਛੇ ਹਟ ਜਾਣ? ਸਿੱਖੀ ਤੋਂ ਮੱਥਾ ਟੇਕਦਾ ਵੀ ਭਾਈ ਮੁਸ਼ਕਿਲ ਗੱਲ ਹੈ, ਅਗਲੇ ਜਨਮ ਸੇ ਥੋੜੀ ਬਹੁਤੀ ਮੰਨ ਲੈਣੇ, ਚੌਧਰ ਤੇ ਉਹਨਾਂ ਨੇ ਕੀ ਲੈਣਾ? ਰਾਹ ਨਹੀਂ ਰੁਕਣਾ ਹੁਣ ਕਿਸੇ ਤੇ ਵੀ ਸਿੱਖੀ ਦਾ। ਉਹ ਗਈ ਆਈ ਗੱਲ। ਕਹਿ ਨਾਮ ਦਿਓ ਹਮ ਨਰ ਹਰ ਧਿਆਵਹਿ, ਰਾਮ ਅਭੈ ਪਦ ਦਾਤਾ। ਕਹੇ ਨਾਮ ਦਿਓ ਹਮ ਨਰ ਹਰ ਧਿਆਵੈ, ਹਮ ਨਰ ਹਰੀ ਧਿਆਵੈ। ਹਾਂ, ਨਰ ਹਰ ਇਕੱਠਾ ਨਹੀਂ ਪੜਨਾ, ਕਦੇ ਵੀ ਕੋਮਾ ਲਾ ਕੇ ਪੜਨਾ। ਕਹੇ ਨਾਮ ਦਿਓ ਹਮ ਨਰ ਹਰ ਧਿਆਵੈ, ਹਰ ਨੂੰ ਧਿਆਉਣਾ ਆਪਾਂ ਨੇ, ਆਪਾਂ ਤਾਂ ਨਰ ਹਾਂ ਸਾਰੇ। ਰਾਮ ਅਭੈ ਪਦ ਦਾਤਾ। ਆਰਾਮ ਦੀ ਗੱਲ ਆ ਗਈ ਫਿਰ। ਰਾਮ ਦਾ ਭੈ ਪਦ ਦਾਤਾ, ਇਹਨੇ ਨਹੀਂ ਪੈ ਮੰਨਣੀ ਕਿਸੇ ਦੀ, ਇਹਨੂੰ ਪੈ ਕੌਣ ਬਣਾ ਦੂਗਾ? ਇਹਦੇ ਪਿੱਛੇ ਰਾਮ ਖੜਾ, ਜਿਹੜਾ ਕਹਿੰਦੇ ਰਾਮ ਰਾਜ, ਉਹ ਰਾਮ ਇਹ ਪਿੱਛੇ ਖੜਾ ਉਹਦੇ, ਪ੍ਰਹਲਾਦ ਦੇ। ਰਾਮ ਅਭੈ ਪਦ ਦਾਤਾ, ਅਭੈ ਪਦ ਉਹੀ ਦੇ ਰਿਹਾ ਵੀ ਬੋਲ ਤੂੰ, ਮੈਂ ਤੇਰੇ ਪਿੱਛੇ ਆ, ਦੇਖਾਂ ਪਹਿਲਾਂ ਤੇਰਾ ਕੀ ਵਿਗਾੜ ਦੇਣਗੇ ਇਹ ਤਾਂ ਮਰੇ ਮਰਾਏ ਪਏ ਨੇ, ਇਹ ਵਿਗਾੜ ਦੇਣਗੇ। ਆਹ ਸਾਰੀ ਕਹਾਣੀ ਹੈ। ਨਾ ਕਿਸੇ ਨੇ ਅੱਗ ਚ ਪਾਇਆ, ਨਾ ਕੋਈ ਪ੍ਰਹਲਾਦ ਸਿੱਟਿਆ, ਨਾ ਕੋਈ ਲੈਣ ਕੋਈ ਦੇਣ। ਅੱਗ ਜੇ ਪ੍ਰਹਲਾਦ ਨੂੰ ਨਹੀਂ ਸਾੜਿਆ, ਪੰਜਵੇਂ ਪਾਤਸ਼ਾਹ ਨੂੰ ਕਿਵੇਂ ਸਾੜਤਾ? ਵੀ ਛਾਲੇ ਕਰਤੇ। ਸ਼ੰਕਾ ਪੈਦਾ ਹੋ ਜੂਗੀ, ਫਿਰ ਸ਼ੰਕਾ ਪੈਦਾ ਹੋ ਜੂਗੀ ਵੀ ਪੰਜਵੇਂ ਪਾਤਸ਼ਾਹ 'ਚ ਕੋਈ ਨੁਕਸ ਸੀ ਭਗਤੀ 'ਚ। ਪ੍ਰਹਲਾਦ ਨੂੰ ਅੱਗ ਨੇ ਕੁਛ ਨਹੀਂ ਕਿਹਾ, ਪੰਜਵੇਂ ਪਾਤਸ਼ਾਹ ਦੇ ਸ਼ਰੀਰ ਤੇ ਛਾਲੇ ਪੈ ਗਏ। ਇਹ ਕਿਵੇਂ ਹੋ ਜੂਗਾ? ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਪੰਡਤ ਨੇ ਕਿਉਂ ਲਿਖਿਆ ਉਹ ਗੱਲਾਂ। ਭਾਈ ਪ੍ਰਧਾਈ ਗੁਰਦਾਸ ਦੀ ਬਾਰ ਚੋਂ ਕਹਿਤਾ ਵੀ ਰੋਡ ਤਾਂ ਉਥੋਂ ਪਹਾੜ ਤੋਂ। ਭਾਈ ਗੁਰਦਾਸ ਦੀ ਬਾਰ ਨੇ ਕਿਹਾ ਵੀ ਪੰਜਵੇਂ ਪਾਤਸ਼ਾਹ ਦੇ ਖਿਲਾਫ ਲਿਖਣਾ ਸੀ। ਇੱਥੇ ਕਹਿ ਰਹੇ ਨੇ ਵੀ ਡਰ ਦਿੱਤਾ ਹੈ, ਡਰ ਦਿੱਤਾ ਸਿਰਫ। ਉੱਥੇ 12 ਚ ਕਹਿਤਾ ਵੀ ਰੋਡ ਤਾਂ ਅੱਗ ਚ ਪਾਤਾ। ਉਹ ਤਾਂ ਉਹਨੇ ਜਿਵੇਂ ਬਾਹਮਣ ਬੋਲਿਆ ਉਵੇਂ ਬੋਲਿਆ, ਬਾਹਮਣ ਦੀ ਲਿਖੀ 12 ਨੇ, ਤੇ ਪੰਜਵੇਂ ਪਾਤਸ਼ਾਹ ਦੇ ਛਾਲੇ ਪੈ ਗਏ, ਉਹਦੇ ਪਏ ਨਹੀਂ। ਰਣਜੀਤ ਸਿੰਘ ਨੇ ਸਰਸਾ ਡੱਕ ਦਿੱਤਾ, ਅਟਕ ਦਰਿਆ ਕਢਾਤਾ। 10 ਪਾਤਸ਼ਾਹ ਦੇ ਸਰਸਾ ਨਹੀਂ ਅਟਕਿਆ। ਇਹ ਸਭ ਵੀਣਿਆਂ ਦਾ ਪ੍ਰਚਾਰ ਹੈ। ਇਹਨਾਂ ਨੇ ਪ੍ਰਚਾਰ ਕੀਤਾ, ਇਹਨਾਂ ਨੇ ਗ੍ਰੰਥ ਲਿਖਿਆ, ਅੱਜ ਇਹੀ ਪ੍ਰਚਾਰ ਉਲਟ ਕਰ ਰਹੇ ਨੇ।